ਜਿਹੜਾ ਦਖਲ ਹੈ ਕੇਂਦਰ ਦਾ ਉਹ ਬਣਦਾ ਹੀ ਨਹੀਂ ਸੀ ਉਹ ਅਧਿਕਾਰ ਜੋ ਕੇਂਦਰ ਨੇ ਫੈਸਲੇ ਲਏ ਹੈ ਜਿਹਦੇ ਕਰਕੇ ਏਡੇ ਵੱਡੇ ਸਵਾਲ ਹੁਣ ਖੜੇ ਹੋ ਰਹੇ ਹੈ। ਬਣਾਉਣ ਵਾਲੇ ਵੀ ਕੋਈ ਸਮਝਦਾਰੀ ਇਹਨਾਂ ਚੀਜ਼ਾਂ ਨੂੰ ਬਣਾਉਂਦੇ ਨੇ, ਇਸ ਕਾਰਨ ਲਾਅ ਲਗਭਗ ਕਿਹੜਾ ਠੀਕ ਹੈ ਕਿਹੜਾ ਗਲਤ ਹੈ ਉਹ ਕਾਫੀ ਲੋਕ ਜੱਜ ਕਰ ਲੈਂਦੇ। ਕਮਲ ਜੀ ਦੀ ਜਿਹੜੀ ਗੱਲ ਮੈਨੂੰ ਥੋੜੀ ਜਿਹੀ ਅਲੱਗ ਲੱਗ ਰਹੀ ਸੀ ਉਹ ਇਹ ਸੀ ਕਿ ਆਪਾਂ ਜੇ ਸੁਪਰੀਮ ਕੋਰਟ ਤੇ ਵੀ ਕੁਐਸਚਨ ਮਾਰਕ ਲਾਈਏ, there is no end to any problem, फिर तो अनारकी होगी, फिर तो खत्म ही हो गया सब कुछ जे सुप्रीम कोर्ट से भी क्वेश्चन मार्क लग गए। सुप्रीम कोर्ट ने ਜਿਹੜਾ ਫੈਸਲਾ ਦਿੱਤਾ ਉਹਦੇ ਮੁਤਾਬਕ ਉਹਨਾਂ ਨੇ ਕਿਹਾ ਕਿ ਅਗਲੇ ਹੁਕਮਾਂ ਤੱਕ ਤਿੰਨੇ ਖੇਤੀ ਕਾਨੂੰਨ ਜਿਹੜੀ ਹੈਗੀ ਹੈ ਉਹਨਾਂ ਤੇ ਰੋਕ ਲਾਈ ਗਈ ਹੈ। 4 ਮੈਂਬਰੀ ਕਮੇਟੀ ਬਣਾਈ ਗਈ ਹੈ, ਜਦੋਂ ਕਿ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਨਹੀਂ ਤਿੰਨੇ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਹੈ ਤੇ ਜਿਹੜੀ ਕਮੇਟੀ ਬਣਾਈ ਗਈ ਹੈ ਉਸ ਕਮੇਟੀ ਦੀ ਭਰੋਸੇਯੋਗਤਾ ਤੇ ਵੀ ਉਹਨਾਂ ਨੇ ਸਵਾਲ ਖੜੇ ਕੀਤੇ ਤੇ ਕਿਹਾ ਕਿ ਅਸੀਂ ਪੇਸ਼ ਨਹੀਂ ਹੋਵਾਂਗੇ ਇਸ ਕਮੇਟੀ ਦੇ ਅੱਗੇ। जी मेरी पहली सबमिशन है, मैं इस इंस्टीट्यूशन नाल 40 साल तो ज्यादा जुड़िया होया। मेरी पहली सबमिशन है कि ये जो एग्रीकल्चरल लॉ दा इंप्लीमेंटेशन या लॉ दी फ्रेमिंग है ये एक्चुअली सेंटर दा सब्जेक्ट नहीं है। इनू कंकरेंट लिस्ट च लेके आना, ट्रेड एंड कॉमर्स च लेके आना मेरा क्या करैक्ट व्यू नहीं है। जो की स्पैसीफिकली एग्रीकल्चर बारे लॉ फ्रेम दी पावर स्टेट नू दित्ती गई है। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਸੁਪਰੀਮ ਕੋਰਟ ਵੱਲੋਂ ਖੇਤੀ ਨਾਲ ਸੰਬੰਧਿਤ ਮੁੱਦਿਆਂ ਦੇ ਉੱਤੇ ਫੈਸਲਾ ਦੇ ਦਿੱਤਾ ਗਿਆ। ਉਹਦੇ ਮੁਤਾਬਕ ਜਿਹੜੇ ਕੇਂਦਰ ਵੱਲੋਂ ਨਵੇਂ 3 ਖੇਤੀ ਕਾਨੂੰਨ ਬਣਾਏ ਗਏ ਉਹਨਾਂ ਤੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਗਈ ਹੈ। ਇਸੇ ਤਰੀਕੇ ਨਾਲ ਮਸਲੇ ਦੇ ਹੱਲ ਲਈ 4 ਮੈਂਬਰੀ ਕਮੇਟੀ ਮਾਹਰਾਂ ਦੀ ਬਣਾ ਦਿੱਤੀ ਗਈ ਹੈ। ਦੂਜੇ ਪਾਸੇ ਜਿਹੜੀ ਮੁੱਖ ਧਿਰ ਹੈ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਸੰਬੰਧਿਤ ਉਹਨਾਂ ਨੇ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਪ੍ਰਵਾਨ ਨਹੀਂ ਕੀਤਾ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅਸੀਂ ਜਿਹੜੀ ਕਮੇਟੀ ਬਣਾਈ ਹੈ ਉਸ ਕਮੇਟੀ ਦੇ ਅੱਗੇ ਪੇਸ਼ ਨਹੀਂ ਹੋਵਾਂਗੇ। ਇਸ ਵੇਲੇ ਜਦੋਂ ਆਪਾਂ ਇਹਨਾਂ ਮੁੱਦਿਆਂ ਤੇ ਚਰਚਾ ਕਰ ਰਹੇ ਹਾਂ, ਜਿੱਥੋਂ ਤੱਕ ਸਵਾਲ ਹੈ ਪ੍ਰਸਥਿਤੀਆਂ ਦਾ, ਪਿਛਲੇ ਦਿਨਾਂ 'ਚ ਘੱਟੋ ਘੱਟ 7 ਕਿਸਾਨਾਂ ਦੀਆਂ ਜਾਨਾਂ ਚਲੀ ਗਈਆਂ, ਜਿਨ੍ਹਾਂ 'ਚੋਂ 2 ਨੇ ਖੁਦਕਸ਼ੀਆਂ ਕੀਤੀਆਂ। ਬਾਕੀ ਜਿਹੜਾ ਹੈਗਾ ਕਿਸੇ ਨਾ ਕਿਸੇ ਬਿਮਾਰੀ ਦੀ ਵਜ੍ਹਾ ਕਰਕੇ, ਜਿਹੜਾ ਅੰਦੋਲਨ ਨਾਲ ਠੰਡ ਦੀ ਵਜ੍ਹਾ ਕਰਕੇ, ਹਾਰਟ ਅਟੈਕ ਹੋਣ ਕਰਕੇ ਜਾਨ ਤੋਂ ਹੱਥ ਧੋਣੇ ਪਏ ਹੈ। ਇਹਨਾਂ ਸਾਰੀਆਂ ਪ੍ਰਸਥਿਤੀਆਂ ਤੇ ਮੇਰੇ ਨਾਲ ਪੈਨਲ ਤੇ ਸਾਡੇ ਨਾਲ ਇਸ ਖਿੱਤੇ ਦੇ ਕੱਦਾਵਰ ਮਹਿਮਾਨ ਪ੍ਰੋਫੈਸਰ ਰਜਿੰਦਰ ਪਨਾਰੀ ਜੀ, ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਨੇ, ਸਾਬਕਾ ਪ੍ਰਧਾਨ ਨੇ ਪੰਜਾਬ ਭਾਜਪਾ ਦੇ। ਇਸੇ ਤਰੀਕੇ ਨਾਲ ਜਗਤਾਰ ਸੰਘੇੜਾ ਜੀ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਬੁਲਾਰੇ ਨੇ। ਸਾਡੇ ਨਾਲ ਤੀਜੇ ਮਹਿਮਾਨ ਕਮਲਜੀਤ ਸਿੰਘ ਜੀ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਨੇ। ਤਿੰਨੇ ਮਹਿਮਾਨਾਂ ਨੂੰ ਪੈਨਲ ਤੇ ਆਉਣ ਲਈ ਜੀ ਆਖਦਾ, ਵੈਲਕਮ ਕਰਦਾ। ਕਮਲਜੀਤ ਸਿੰਘ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ ਕਿਉਂਕਿ ਸੁਪਰੀਮ ਕੋਰਟ ਦਾ ਮਾਮਲਾ, ਇਸ ਕਰਕੇ ਮੈਂ ਸਮਝਦਾ ਕਿ ਸਵਾਲ ਤੁਹਾਡੇ ਤੋਂ ਹੀ ਲੈਣਾ ਬਣਦਾ ਹੈ। ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਉਹਦੇ ਮੁਤਾਬਕ ਉਹਨਾਂ ਨੇ ਕਿਹਾ ਕਿ ਅਗਲੇ ਹੁਕਮਾਂ ਤੱਕ ਤਿੰਨੇ ਖੇਤੀ ਕਾਨੂੰਨ ਜਿਹੜੀ ਹੈਗੀ ਹੈ ਉਹਨਾਂ ਤੇ ਰੋਕ ਲਾਈ ਗਈ ਹੈ। 4 ਮੈਂਬਰੀ ਕਮੇਟੀ ਬਣਾਈ ਗਈ ਹੈ, ਜਦੋਂ ਕਿ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਨਹੀਂ ਤਿੰਨੇ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਹੈ ਤੇ ਜਿਹੜੀ ਕਮੇਟੀ ਬਣਾਈ ਗਈ ਹੈ ਉਸ ਕਮੇਟੀ ਦੀ ਭਰੋਸੇਯੋਗਤਾ ਤੇ ਵੀ ਉਹਨਾਂ ਨੇ ਸਵਾਲ ਖੜੇ ਕੀਤੇ ਤੇ ਕਿਹਾ ਕਿ ਅਸੀਂ ਪੇਸ਼ ਨਹੀਂ ਹੋਵਾਂਗੇ ਇਸ ਕਮੇਟੀ ਦੇ ਅੱਗੇ। जी कमलजीत जी, बहुत वड्डा कौमी पद्धर का मामला इशू है, खास तौर पर कानूनी प्रक्रिया नाल जुड़े हुए सवाल है, किवें देखते हो? देखो, कानून दे विच 3 लिस्ट बनाईयां गईयां ने, यूनियन लिस्ट, स्टेट लिस्ट, कंकरेंट लिस्ट, डिफरेंट लॉज दे विच। यूनियन लिस्ट कोल डिफरेंट सब्जेक्ट्स ने, स्टेट लिस्ट विच डिफरेंट सब्जेक्ट ने, ते एक कंकरेंट लिस्ट है भी जिथे किते दोनों लिस्ट दे विच कोई भी मुश्किल आंदी होवे उत्थे किवें सेंटर कदों प्रिवेल करेगी, वो सारा कानून दे विच आर्टिकल 245 तो आर्टिकल 251 52 तक ये सारा कुछ क्लीयर किया हुआ है जी। मेरी पहली सबमिशन है, मैं इस इंस्टीट्यूशन नाल 40 साल तो ज्यादा जुड़िया होया। मेरी पहली सबमिशन है कि ये जो एग्रीकल्चरल लॉ दा इंप्लीमेंटेशन या लॉ दी फ्रेमिंग है ये एक्चुअली सेंटर दा सब्जेक्ट नहीं है। इनू कंकरेंट लिस्ट च लेके आना,
ट्रेड एंड कॉमर्स लैके आना, मेरा ख्याल ये करैक्ट व्यू नहीं है। जो कि स्पैसीफिकली एग्रीकल्चर बारे लॉ फ्रेम की पावर स्टेट को दी गई है। एक एस्पेक्ट हो गया कि सुप्रीम कोर्ट ने इस एस्पेक्ट को हाले शायद चंगी तरह उत्थे इस पॉइंट उत्ते गल नहीं हुई कि सुप्रीम कोर्ट ने देखा नहीं इनू ये करन तो पहला कि इहदी एक सबमिशन नो कि ये जुरिसडिक्शन भी है सेंटर कोल कमेटी की गल तां आएगी कानून जदों कि असीं सोचिए कि चलो इन्हां कानूनां विच कोई अमेंडमेंट की लोड़ है। मैं कहना ये कानून ही जिहड़ा हैगा ये नॉनेस्ट ने, नल एंड वॉइड ने, ये विदाउट जुरिसडिक्शन बने हुए ने। एक एस्पेक्ट है अकॉर्डिंग टू। दूजा एस्पेक्ट जिहड़ा है मैं बड़ी बारी इस बारे कह चुका कि एक बड़ी शर्म की गल है। देखो जदों किसान रेल रोको एजिटेशन कीती सी पंजाब दे विच, रेल रोको एजिटेशन तो बहुत देर पहला किसानां ने नोटिस दिता भी भाई इन्हां विच अमेंडमेंट कर लो, इन्हां विच सोध करो। उस वेले दी गल हुंदी सीगी ये चीज़ां ने जिहड़ियां इन्हां कानूनां दे विच नहीं हैगियां ते कल बड़ी मुश्किल आएगी सानू, और खेती करने बहुत मुश्किल आएगी, प्रोड्यूस बेचने बड़ी मुश्किल आएगी। असीं अपनी प्रोड्यूस या टर्म्स किवें लवांगे, डिक्टेट किवें करांगे, अपनी प्रोड्यूस दी असीं फाइनैंशियल एस्पेक्ट किवें सिक्योर करांगे। उदों रेल रोको की एजिटेशन इन्नी देर पंजाब में चलती रही, किसी ने इहदे बारे तवज्जो नहीं दिती, जदों कि पंजाब का भी बहुत बड़ा नुकसान होया और सेंटर का भी बड़ा बड़ा नुकसान होया। उस तो बाद जदों किसान यूनियन ने 26 नवंबर 2020 तो दिल्ली ते धरना ला के अपनी कॉल दी, मेरा ख्याल है उहदे च घट्टो घट 3 हफ्ते का नोटिस दिता सी। उदों भी सुप्रीम कोर्ट को चाहिए सी कोर्ट को किसी तरीके इंटरवीन कर दी, सेंटर को इंप्रैस अपॉन कर दी भी ये जो तुसी कानून बना रहे हो, जिन्ना सिटीजन भी कानून बना रहे हो उही सिटीजन ये चाहते हैं कि ये कानून साडे लई ठीक नहीं आ, एटलीस्ट इन्हां नूं कंसल्टेटिव प्रोसेस विच लैके आओ। किसी कोर्ट ने, कॉन्स्टिट्यूशनल कोर्ट ने उस वेले ख्याल नहीं किया इस गल का। 26 नवंबर तो बाद अज के दिन में 8 मीटिंग सेंट्रल गवर्नमेंट के नाल हो चुकी है। सेंट्रल गवर्नमेंट के नुमाइंदे जिहदे विच यूनियन एग्रीकल्चर मिनिस्टर, यूनियन पावर मिनिस्टर, होर एक यूनियन मिनिस्टर, और हर यूनियन मिनिस्टर यूनियन मिनिस्टर की कमेटी बनी हुई है। हर बारी किसान आते ने, हर बारी उन्होंने वो अपनी गल्लां दसदे ने जो इन्हां कानूनां दे विच वो समझते हैं कि उन्होंने की नुकसान होण जा रहा है, उहदियां गल्लां दसदे ने। हुण यूनियन मिनिस्टर की जिहड़ी कमेटी बनी ਉਹਦੇ ਵਿੱਚ एक गल मन लीती गई कि इस कमेटी ਨੂੰ अमेंडमेंट ਦੀਆਂ ਗੱਲਾਂ ਦੱਸੋ कि ਇਹ ਕੀ ਚੀਜ਼ਾਂ अमेंड कर सकती है। ਜਦੋਂ किसान ਇਹ ਕਹਿੰਦੇ ਨੇ ਵੀ ਇਹ ਕਾਨੂੰਨ जिस तरीके ਨਾਲ ਤੁਸੀਂ ਬਣਾਏ, जिस तरीके ਨਾਲ राज्य सभा तो पास होए, जिवें ਤੁਸੀਂ अपनी यूरिसडिक्शन यूसर्प करके तरीके ਨਾਲ ਬਣਾਏ गए ने कानून, कृपा करके एक कानून ही वापस लै लो, एक कानून ही रिपील कर लो। और कई स्टेट जिहदे विचों पंजाब भी एक स्टेट है, कई स्टेट्स ने इनू रिपील करन दे लई ऑलरेडी अपनी असैंबली दे विच मता भी पास कर लिया होया है। असीं इनू रिपील करके असीं एक नवां कानून बना दिंदे हां। जे तुसीं चाहंदे ही हो कि तुसीं कोई साडा फायदा करना है, जे तुसीं चाहंदे ही हो कि तुसीं एग्रीकल्चर विच रिफॉर्म्स लैके आने हैं, ते ये कानून 2020 के कानून ने एग्रीकल्चर ट्रेड प्रोड्यूस के या आपां एसेंशियल कमोडिटी एक्ट विच जिहड़ी अमेंडमेंट कीतियां, ये 3 कानून सिर्फ 2020 के कानून ने। अज तक इन्हां कानूनां दी कोई इंप्लीमेंटेशन इन एनी केस वैसे कोई इंप्लीमेंटेशन नहीं अज तक ते असीं इन्हां दे नवे कानून नहीं बना सकदे। देखो इन्नियां मीटिंग्स होने के बावजूद भी, और एक किसान 1 लाख किसान, मैं किसान नहीं कहता लफ्ज़, हुण मैं 1 लाख सिटीजन ऑफ द कंट्री दिल्ली जो कि साडी कैपिटल है उहदे आले दुआले बैठा होया है। बड़े अफसोस की गल है। मेरा ख्याल है कि प्राइम मिनिस्टर दे रेजिडेंस तो 20 मिनट का रस्ता नहीं, जिथे तो मर्जी लै लो, क्यों किसानों में बैठ के वो सारे नाल अपने मन की बात करते हैं। वो किसानों नाल बैठ के अपने मन की बात करन, उन्हां दे मन की बात सुनन, और इन्हां नूं असीं बड़ी ईजीली रिजॉल्व कर सकते सी। हुण रह गया मुद्दा अज दे ऑर्डर का, जो अज सुप्रीम कोर्ट ने ऑर्डर पास किया है। किसान यूनियन से यही ऑर्डर मेरे हिसाब के नाल अज तो 4 महीने 5 महीने पहला आया हुंदा, शायद इहदी एक्सेप्टेबिलिटी का लैवल होर हुंदा, पर अज दे दिन इहदी एक्सेप्टेबिलिटी डाउटफुल करके वेखी जाती है। एंड ऑबवियस रीजन हो रहे ने, क्योंकि ये चीज़ां मैं तो बड़ी ये चीज़ां कॉन्स्टिट्यूशन कोर्ट नूं उदों कर देनियां चाहिए जो चीज़ां हले इनफेंटिव सी, बट हुण क्योंकि
ਪਹੁੰਚ ਚੁੱਕੀ ਹੈ। 70 ਕਿਸਾਨ ਮਰ ਚੁੱਕੇ ਨੇ ਉੱਥੇ ਠੰਡ ਦੇ ਵਿੱਚ। 7 ਕਿਸਾਨ ਜਿਹਨਾਂ ਦਾ ਤੁਸੀਂ ਹੁਣੇ ਜ਼ਿਕਰ ਕਰ ਰਹੇ ਸੀ, ਉਹ ਤਾਂ ਸਿਰਫ ਕੱਲ ਦੀ ਗੱਲ ਹੈਗੀ। ਉਹ ਕਿਸਾਨ ਜਿਹੜੇ ਮਰੇ ਨੇ 7 ਕਿਸਾਨ, ਉਹਦੇ ਖੁਦਕੁਸ਼ੀ ਤੇ 5 ਨੇ ਉੱਥੇ, ਉਹ ਤਾਂ ਸਿਰਫ ਕੱਲ ਦੀ ਗੱਲ ਹੈ। 70 ਤੋਂ ਉੱਪਰ ਕਿਸਾਨ ਮਰ ਚੁੱਕੇ ਨੇ। क्या इस वेले एक कोई प्रोसेस है? सुप्रीम कोर्ट को कॉन्स्टिट्यूशनल पावर इनवोक करके इन्हां नूं इनवैलिड करना चाहिए। विधायकी कमेटी बना दे। हुण कमेटी भी तुसीं उन्हां बंदियां दी चूज कीती है जिहड़े बंदियां ने ऑलरेडी अपने इन्हां कानून बारे कमेंट्स दे चुके ने, जिन्हां ने अपने दिल दीयां गल्लां इन्हां कानूनां बारे दस चुके ने जी। मेरे ख्याल दे नाल थोड़ी जी होर फेयरनेस दे विच लिआंदी जा सकदी है। मैं कोई सुप्रीम कोर्ट की जजमेंट नूं क्रिटिसाइज करन नहीं लाया, मैं आप इस इंस्टीट्यूशन का पार्ट रहा और हुण भी हैगा, लेकिन मेरा ये जरूर बनता है कि ये कॉन्स्टिट्यूशनल जिहड़ी साडा थर्ड पिलर है जुडिशरी, ਉਹਦਾ एक्शन पहला तो बहुत जरूरी सी, बहुत जल्दी करना चाहिए सी। ये बहुत लेट होया, पर हुण बहुत लेट होने करके इहदे विच हाले भी बड़ियां त्रुटियां आ गईयां हन जिन्हां नूं सुधार दी। कमल जी बिल्कुल कई होर सर के होर अहम सवाल है, मैं वापस आवांगा इन्हां मुद्दों ते। प्रोफेसर भंडारी, तुसीं कमलजीत सिंह जी दे कमेंट सुने। एक तो उन्होंने कहा कि बहुत देर नाल पछड़ के जिहड़ा हैगा कीता, बाकी जिस मामले दखल दिता सुप्रीम कोर्ट का जिहड़ा दखल है केंद्र का, वो बनता ही नहीं सी वो अधिकार जो केंद्र ने फैसले ले है, जिहदे करके बड़े सवाल हुण खड़े हो रहे हैं जी। प्रोफेसर भंडारी साहब, मैं कमल जी का आदर करदा। सीनियर वकील ने कुछ गल्लां तां ऐसियां जिन्हां दा मैं इन्हां दा कन्फर्ट नहीं कर सकदा क्योंकि ये वकील ने ते मैं प्रोफैसर है। नहीं गल मैनूं जरूर पता, लॉ इज आल्सो बेस्ड ऑन कॉमन सेंस। वो कोई ही बनाने वाले भी कोई समझदारी इन्हां चीज़ां नूं बनांदे ने, इस कारण लॉ लगभग किहड़ा ठीक है किहड़ा गलत है वो काफ़ी लोग जज कर लैंदे। देखो किस वेले की होया, वो हुण स्टेज निकल चुकी है। मैं उत्थे कमेंट नहीं कर सकदा, मैं इन्हां दी गल नूं कंट्राडिक्ट नहीं कर सकदा। हो सकदा है अपनी जगह सही हो, लेकिन हुण जो प्रेजेंट स्टेट ऑफ अफेयर्स है, सुप्रीम कोर्ट स्टेप इन। सुप्रीम कोर्ट इज द फाइनल कॉन्स्टिट्यूशनल अथॉरिटी, इज द एपेक्स कोर्ट ऑफ इंडिया। और कॉन्स्टिट्यूशन च जो उन्होंने कहता, not even the center government can challenge it. If at all they have to challenge it, they have to challenge it the Supreme Court. So every citizen of India, वो किसी भी पोजीशन ते बैठा है, उन्होंने वो ऑर्डर ओबे करने पैने हैं जिद्दां मर्जी, जिस तरीके नाल मर्जी। ये तो कॉन्स्टिट्यूशन पावर नहीं दिंदा कि जिद्दां अज किसानां ने कहा भी अपना डेमोस्ट्रेशन करना और एजिटेशन करनी साडा हक है। बिल्कुल ठीक है, उन्होंने हक है, ये कोई दो राय नहीं। लेकिन सुप्रीम कोर्ट के फैसला मनना उन्होंने ड्यूटी है। ये हक ड्यूटियां तो लग के नहीं जाना हुंदा। असी सारे जिहड़ी भी है, चाहे ब्यूरोक्रेसी है चाहे लैजिस्लेटिव है, वी आर ऑल गवर्न बाय कॉन्स्टिट्यूशन। और कॉन्स्टिट्यूशन नूं प्रोटैक्ट करने वास्ते हाईएस्ट अथॉरिटी जिहड़ी है वो सुप्रीम कोर्ट है। कमल जी की गल जिहड़ी गल मैनूं थोड़ी जी अलग लग रही सी, वो ये सी कि आपां जे सुप्रीम कोर्ट ते भी क्वेश्चन मार्क लाइए ते देयर इज नो एंड टू एनी प्रॉब्लम। फिर तो अनारकी होगी, फिर तो खत्म ही हो गया सब कुछ जे सुप्रीम कोर्ट ते भी क्वेश्चन मार्क लग गई है। और उन्होंने कहा है कि बीइंग प्रोफेसर भंडारी, उन्होंने जो गल की है कि 1 लाख मैं किसान नहीं कहता, सिटीजन कहांगा। बीइंग ए सिटीजन, उन्होंने कहा कि सिटीजन दे भी कोई राइट्स है। जिहड़ी 4 मैंबरी कमेटी बनाई है, वो 4 मैंबरी कमेटी सर जिहड़ी हैगी है, वो जिद्दां इन्होंने कहा कमल जी ने, वो सारे ऑन रिकॉर्ड है। आपां पंजाब के रहने वाले हैं, मान साहब नूं जानते हैं, उन्हों का व्यू पॉइंट जानते हैं। जिहड़े दूजे महारा उन्हों के व्यू पॉइंट जानते हैं, जिहड़ा महाराष्ट्र तो, वो कहते भी जिहड़े कमेटी च जे कोई जज फैसला देने वाला है, वो पहला ही इस गल ते फैसला करी बैठा है कि नहीं ये दोषी है या ये सही है। ਉਹਦੇ ਤੋਂ ਨਿਆਂ ਦੀ ਗੱਲ। ਦੂਜੀ ਗੱਲ, ਜਿਹੜੀਆਂ ਜਥੇਬੰਦੀਆਂ ਉਹਨਾਂ ਦਾ ਤਾਂ ਇਹ ਕਹਿਣਾ ਹੈ ਕਿ ਵੀ ਇਹ ਕੇਂਦਰ ਸਰਕਾਰ ਨੇ ਇੱਕ ਸ਼ਰਾਰਤਾਨਾ ਤਰੀਕੇ ਦੇ ਨਾਲ ਆਪਣੀ ਜਿਹੜੀ ਸਮੱਸਿਆ ਉਹ ਸੁਪਰੀਮ ਕੋਰਟ ਦੇ ਗਲ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਇਹਦੇ ਤਾਂ ਸਿੱਧੇ ਤੌਰ ਤੇ ਸਰਕਾਰ ਨੂੰ ਇਸ ਮਾਮਲੇ ਦਾ ਨਿਪਟਾਰਾ ਕਰਨਾ ਚਾਹੀਦਾ ਹੈ।
देखो इदां गल जी। है कि जेड़ा इशू सुप्रीम कोर्ट च है, कमलजीत सियाने ने मेरे तो ज्यादा सियाने होंगे क्योंकि इन्हां दा ओह रहना है। सुप्रीम कोर्ट का कोई फैसला है वो तुसी पब्लिकली तो नहीं डिस्कस कर सकते, डिस्कस इन द सेंस कि आर्ग्यू नहीं कर सकते। सुप्रीम कोर्ट का कोई फैसला है वो कोई हाई कोर्ट च लोगों की अदालत जाके करेंगे, तुम सुप्रीम कोर्ट च जाओ, दोबारा उन्होंने कहो कि जेडे तुसी बंदे बनाए हैं उन्होंने अपना ओपीनियन पब्लिकली कहता है, सानू उन्होंने विश्वास नहीं है। दैट इज द राइट प्लेटफॉर्म, अदरवाइज कोई होर प्लेटफॉर्म है नहीं जिथे वो क्वेश्चन मार्क चलो। लगना। हाँ ओके वैसे क्वेश्चन मार्क लगने हैं, देयर इज नो एंड टू इट, जिथे मर्जी लाई जाओ। जी 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 प्रोफेसर भंडारी, मैं वापस आवांगा इस मुद्दे ते। होर भी कई सवाल है जिहड़े बनदे आपां लवांगे, उन्हां ते गल करांगे। जगतार संघेड़ा जी काफी देर दे इंतजार कर रहे हैं। जगतार संघेड़ा जी, जिहड़ा सुप्रीम कोर्ट का फैसला आया, किसान जथेबंदियां ने किया है ते तुसीं अपने मेहमानां दे कमेंट्स ही सुने हैं, की राय है तुहाडी? मैं पहला प्रोफेसर भंडारी साहब का एक गल का जवाब देना चाहना है कि ये नहीं है कि सुप्रीम कोर्ट का फैसला डिस्कस नहीं हो सकता। ये केवल उदों सी जो श्री इंदिरा गांधी ने एमरजेंसी लगाई सी, उदों सीगा भी ना तुसीं किते छाप सकते हो, ना क्रिटिसाइज कर सकते हो, ना उन्होंने पड़चोल कर सकते हो। ऑल डिसीजंस ऑफ ऑल द कोर्ट्स आर आई मीन ओपन फॉर डिस्कशन। ये डेमोक्रेसी है, भारतीय संविधान विच सिटीजनस नूं बहुत ज़्यादा हक, बहुत ज़्यादा प्रिविलेजिज ते नाल ही जिम्मेवारियां भी व्याख्या की हुई है। सो ये कोई भंडारी साहब इदां दी गल नहीं है। नाले जिहड़ा सुप्रीम कोर्ट का फैसला है ना, मैं भी ये देखिया एक लाइन का फैसला जिद्दां रोक लाई है उन्होंने, वो फैसला जिहड़ा आ वो जे कोई भी सिटीजन मनण तो इनकारी हुंदा है तो पुलिस उन्हें जबरदस्ती नहीं कह सकती भी तू जरूर मन। ये ਉਹਦਾ मतलब इन्ना है जित्थों तक मेरी समझ है कानूनों बारे, मैं भी जुडिशियल वर्क करता रहा। ते बाकी रही गल जिहड़ी किसानां दे ना मनण दी, किसी ने किसी उस फैसले की अवग्या नहीं की, अजे तक कोई नौबत नहीं आई। जिहड़ी सुप्रीम कोर्ट जाना या अदालत च जाना वो एक ऑप्शन है भंडारी साहब, मेरे हिसाब नाल जिन्ना मैं समझदा ना एक जुडिशियल रैमडी ਲਈ जाना है कि नहीं जाना, वो हर एक व्यक्ति की, हर एक जथेबंदी की ऑप्शन है। किसान जथेबंदियां तो अजे ऑप्शन अवेयर कर रही हैं कि जिहड़े केंद्र ने कानून बनाया उन्होंने रीपील करने की कोशिश कर रही है, मुढ़ली स्टेज है। ते वो नहीं अदालत में जाना चाहती, उन्होंने बार बार कहा कि असं अदालत में नहीं जाना। जे फिर भी कोई होर तरह चल जानियां जां अदालत सूह मोटर नोटिस लैंदी है तो उधरों कोई फैसला होंदा है तो उहदे ते गल बनदी है। पर यह जो फैसला होया उहदे जिहड़े कमेटी मैंबर ने उन्होंने पिछों सिद्धू साहब तीन शख्सियतां नूं तां मैं चंगी तरह जानदा हां जिन्हां ने लिखती तौर पर एक केंद्र दे किसान मारू, लोक मारू, काले कानूनों की प्रौढ़ता की है, हमायत की है। कि किसी ने कहा बहुत ऑप्शन देंगे, किसी ने कहा मैं इहदी हमायत करदा हां, चौथे मैंबर का नहीं मैनूं पता, तिन्हां दा तां मैनूं पर्सनल नॉलेज है। और मान साहब नूं मैं जानदा हां, मान साहब वो शख्सियत ने पहला 4-5 हीरो बने थे ना भारतीय किसान यूनियन के लॉन्ग टाइम बैक, जो मैं स्टूडेंट हुंदा सीगा, उन्हां चों एक सीगे। बाद च इन्होंने एक सियासी पार्टी दे तौर पर राज्य सभा च एंटर कर गए, हौली हौली फिर इन्हां दा उस पार्टी नाल नाम जुड़न लग गया तो उन्हें प्रसंगक नहीं रहे। उन्हां 4-5 हीरो शख्सियतां चों राजेवाल साहब भी एक सीगे जिहड़े इस वेले भी संघर्ष के मोहरी आगुआं चों आउंदे ने, बड़ी सियाणप नाल संघर्ष नूं चला रहे ने। ते सो ये कमेटी दे जदों तुहानूं पता भी क्वेश्चन मार्क लग जाए ना, वो कमेटी की बनतर के उपर तो चलो नहीं कि सुप्रीम कोर्ट समर्थ है किसी भी कमेटी को बना सकती है, वो कमेटी अपनी फाइंडिंग्स भी दे सकती है। पर वो कमेटी के की अधिकार है, कोई जुडिशियल अधिकार है कि नहीं है, किसी को समन कर सकते कि नहीं कर सकते, वो किहड़ी कैपेसिटी उन्होंने काम करना है वो अलग चीज़ है। पर मैं जो कमेटी के जिद्दां मेरे हिसाब नाल जिहड़े भी विरोधी मैंबर ने, मैं उन्हां सारिआं नूं चैलेंज करदा हां कि मेरे नाल वन जिहड़े मर्जी पब्लिक चैनल से गलबात कर लैण, जे वो अध पचद भी 20-25% भी मैनूं कन्विंस कर देण कि किसानां दे हक च इन्हां कानूनां विच कोई गल हैगी आ, तो मैं उत्थे ही अपना अस्तीफा रखिया मैं मुड़ के पब्लिक लाइफ च नहीं आवांगा। सो इन्हां दे विच असीं तां पूरी पड़चोल कर ली है। मैं इसे पढ़ाया, इसे मुद्दे च मैं सर्विस की है, मैनूं एक भी चीज़ इन्हां च किसानां दे हक दी नहीं लगी। ये तो है मेरे विचार। बाकी सुप्रीम कोर्ट ने जो कुछ किया किसानों को नहीं मंजूर, उन्होंने हक है, सो उहदे कोई टिक्का टिप्पणी नहीं। किसानों का बड़ा वाइज फैसला, बड़ा जी जगतार फैसला है।
क्यों नहीं नोटिस लिया? सर, मैं ਤੁਹਾਡੇ ਵੱਲ ਫੇਰ ਉੱਥੇ ਆਉਣਾ, ਰੋਜ਼ ਵਾਪਸ ਆਉਣਾ ਆਉਣਾ ਤੁਹਾਡੇ ਵੱਲ। ਉਹਦੇ ਬਾਰੇ एक ਗੱਲ नहीं टिप्पणी किसी करनी मैं थैंक यू जगतार एक जी। टिप्पणी करनी भंडारी साहब कुछ कहना चाਹੁੰਦੇ ਆ? भंडारी साहब हाँ मैं बस एक टिप्पणी करूंगा फिर तुसी जितना ठीक डिस्कशन चलाने चाह ਜਦੋਂ ਮੈਂ जी ਵਰਡ प्लीज ਕਿਹਾ ਸੀ प्लीज ਨਾ अपनी ਡਿਸਕਸ਼ਨ, ਹਾਂ ਡਿਸਕਸ਼ਨ, ਉਸ ਤੋਂ ਬਾਅਦ ਮੈਂ ਉਹਨੂੰ ਇੰਪਰੂਵ ਕਰ ਲਿਆ ਸੀ ਵੀ ਉਹਦਾ ਫੈਸਲਾ ਜੇ ਚੈਲੰਜ ਕਰਨਾ ਹੈ ਤੇ ਸੁਪਰੀਮ ਕੋਰਟ ਹੀ ਪਲੇਟਫਾਰਮ ਹੈ ਜਿੱਥੇ ਚੈਲੰਜ ਕਰ ਸਕਦੇ ਆ। ਏਦਾਂ ਦਾ ਇਹ ਠੀਕ ਹੈ ਭੰਡਾਰੀ ਸਾਹਿਬ, ਡਿਸਕਸ ਕਰਨ, ਇਹ ਠੀਕ ਹੈ ਇਹ ਵਰਡ ਕਿਹਾ ਸੀ मैं सहमत है भंडारी साहब। हाँ जी। ਬ੍ਰੇਕ ਦੇ ਜਾਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਸਵਾਲ ਜਿਹੜਾ ਸਿੰਗਲਾ ਜੀ ਨੇ ਖੜਾ ਕੀਤਾ, ਸਵਾਲ ਇਹ ਵੀ ਹੈਗਾ ਜੀ ਇਸ ਮੁੱਦੇ ਦੇ ਉੱਤੇ ਕਿ ਜਿਹੜੇ ਕਮੇਟੀ ਮੈਂਬਰ ਆ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਨਾਲ ਡਿਸਕਸ਼ਨ ਕਰਨ ਨੂੰ ਤਿਆਰ ਹਾਂ। ਉਹਨਾਂ ਚੋਂ ਘੱਟੋ ਘੱਟ 3 ਮੈਂਬਰਾਂ ਬਾਰੇ ਤਾਂ ਉਹਨਾਂ ਨੇ ਕਿਹਾ ਜਿਹੜੇ ਸਿੱਧੇ ਤੌਰ ਤੇ ਨਵੇਂ ਖੇਤੀ ਕਾਨੂੰਨਾਂ ਦੀ ਹਮਾਇਤ ਕਰਦੇ ਆ। ਭੰਡਾਰੀ ਜੀ ਇਸ ਕਰਕੇ ਵੀ ਇਹਨਾਂ ਨੇ ਸਵਾਲ ਉਠਾਇਆ। ਹਾਂ ਮੈਨੂੰ ਉਹਦਾ ਜ਼ਿਆਦਾ ਪਤਾ ਨਹੀਂ, ਇਸ ਕਾਰਨ ਮੈਂ ਉੱਤੇ ਕੀ ਡਿਸਕਸ ਕਰਾਂ। ਆਈ ਐਮ ਸੌਰੀ, ਮੈਂ ਉਹਨਾਂ ਬਾਰੇ ਚਲੋ, ਮੈਨੂੰ okay। ਚੀਜ਼ ਦਾ ਪਤਾ ਨਹੀਂ, ਮੈਂ ਡਿਨਾਈ ਨਹੀਂ ਕਰ ਸਕਦਾ, ਮੈਂ ਕਨਫਰਮ ਨਹੀਂ ਕਰ ਸਕਦਾ, ਮੈਂ ਕਨਫੈਕਟ ਨਹੀਂ ਕਰ ਸਕਦਾ। जी जी थैंक यू वेरी मच। लेने एक छोटी जी ब्रेक तो इसे मुद्दे ते आ रहे हैं वापस। सुप्रीम कोर्ट ने 3 नਵੇਂ खेती कानूनों ਨੂੰ ਜਿਹੜਾ ਸਟੇ ਕੀਤਾ ਅਗਲੇ ਹੁਕਮਾਂ ਤੱਕ, ਉਹਦੇ ਨਾਲ ਕਿਹੋ ਜਿਹੇ ਸਵਾਲ ਉੱਠ ਰਹੇ ਆ ਸਰਕਾਰ ਦੇ ਉੱਤੇ ਜੁਡੀਸ਼ਰੀ ਦੇ ਮਾਮਲੇ ਨੂੰ ਲੈ ਕੇ, ਇਹਨਾਂ ਮਾਮਲਿਆਂ ਤੇ ਕਰਾਂਗੇ ਚਰਚਾ ਛੋਟੀ ਜੀ ਬ੍ਰੇਕ ਦੇ ਬਾਅਦ। ਨਜ਼ਰੀਏ ਦੀ ਡਿਬੇਟ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ। ਕਮਲ ਜੀ ਇਸ ਮਾਮਲੇ ਤੇ ਆਪਾਂ ਚਰਚਾ ਕਰ ਰਹੇ ਸੀ। ਪ੍ਰੋਫੈਸਰ ਭੰਡਾਰੀ ਨੇ ਇੱਕ ਤਾਂ ਇਹ ਗੱਲ ਕਹੀ ਹੈ ਕਿ ਇਸ ਤਰ੍ਹਾਂ ਜਿੱਦਾਂ ਸੁਪਰੀਮ ਕੋਰਟ ਦਾ ਫੈਸਲਾ ਹੈ ਉਹਨੂੰ ਆਪਾਂ ਡਿਸਕਸ ਜਾਂ ਉਸ ਮੁੱਦੇ ਤੇ ਵਿਚਾਰ ਚਰਚਾ ਜਿਹੜੀ ਹੈਗੀ ਹੈ ਨਹੀਂ ਛੇੜ ਸਕਦੇ, ਨਹੀਂ ਕਰ ਸਕਦੇ। ਤੁਹਾਡੇ ਨਾਲ ਸਿੱਧੇ ਤੌਰ ਤੇ ਤੁਹਾਡੇ ਪ੍ਰੋਫੈਸ਼ਨਲ ਰਿਲੇਟਡ ਇਸ਼ੂ ਆ ਗੱਲ ਕਰੋਗੇ। ਦੂਜਾ ਜਿਹੜਾ ਇੱਕ ਆਮ ਮੈਂ ਇਹ ਨਹੀਂ ਕਿਹਾ ਕਿਸਾਨ ਦੇ ਵਿਚਾਰ ਜਾਂ ਡਿਸਕਸ ਨਹੀਂ ਕਰ ਸਕਦੇ, ਚੈਲੰਜ ਕਰਨਾ ਤਾਂ ਉੱਥੇ ਚੈਲੰਜ ਕਰ ਸਕਦੇ ਹੋਰ ਕਿਤੇ ਨਹੀਂ। ओके सर जी सॉरी जी मैं चलो ਜੇ ਮੈਂ ਕਿਹਾ ਹੋਊਗਾ ठीक ਮੈਂ है ठीक है ਸਪਸ਼ਟੀਕਰਨ ਦੇ ਦਿੱਤਾ। ओके सर ठीक है डिस्कस कर ਤੁਸੀਂ सकते हैं, चर्चा कर सकते हैं, चैलेंज करना तो प्लेस राइट हो है और कोई जी जी। ਦੂਜਾ ਕਮਲ ਜੀ ਇਸ ਮਾਮਲੇ ਨਾਲ ਹੀ ਜੁੜਿਆ ਹੋਇਆ ਗੱਲ ਜਿਹੜਾ ਉਹਨਾਂ ਨੇ ਕਿਹਾ ਕਿ ਅਗਲੇ ਹੁਕਮਾਂ ਤੱਕ ਜਿਹੜਾ ਹੈਗਾ ਇਹਨਾਂ ਨੂੰ ਸਟੇ ਕੀਤਾ ਜਾਂਦਾ ਹੈ। ਹੁਣ ਇੱਕ ਬਹੁਤ ਵੱਡਾ ਅੰਦੋਲਨ ਜਿਹੜਾ ਤੁਸੀਂ ਬ੍ਰੇਕ ਤੋਂ ਪਹਿਲਾਂ ਕਿਹਾ ਸੀ ਕਿ ਲੱਖਾਂ ਲੋਕ ਜਿਹੜੇ 3 ਖੇਤੀ ਕਾਨੂੰਨ ਰੱਦ ਕਰਾਉਣ ਦੇ ਲਈ ਬਾਰਡਰ ਤੇ ਬੈਠੇ ਆ, ਜਿੱਦਾਂ ਦੇ ਹਾਲਾਤ ਆਪਾਂ ਸਾਰੇ ਡਿਸਕਸ ਕਰਦੇ ਆਂ, ਪਰ ਹੁਣ ਅਗਲੇ ਹੁਕਮਾਂ ਤੱਕ ਦਾ ਇਹਦੀ ਕੀ ਗਰੰਟੀ ਮੰਨੀ ਜਾਵੇ ਜਿਹੜੀਆਂ ਤਰ੍ਹਾਂ ਲੜਾਈ ਲੜ ਰਹੀਆਂ ਕਿ ਉਹ ਇਸ ਗੱਲ ਤੇ ਸਹਿਮਤ ਹੋ ਸਕਦੀਆਂ? ਇੱਕ ਲੀਗਲ ਨਜ਼ਰੀਆ ਵੀ ਹੈ ਪਰ ਜਥੇਬੰਦੀਆਂ ਦੇ ਇੱਕ ਆਪਣਾ ਨਜ਼ਰ ਵੀ ਹੈ ਜਿਸ ਮੁੱਦੇ ਤੇ ਉਹ ਕਹਿੰਦੇ ਅਸੀਂ ਤਾਂ ਰਿਪੀਲ ਦੀ ਗੱਲ ਕੀਤੀ ਹੈ, ਪਰ ਤੁਸੀਂ ਕਹਿ ਰਹੇ ਹੋ ਅਗਲੇ ਹੁਕਮਾਂ ਤੱਕ। ਮੇਰੇ ਹਿਸਾਬ ਦੇ ਨਾਲ ਜੀ ਜਿਹੜਾ ਹੁਣ ਇਸ ਦੇ ਉੱਤੇ ਕੰਸਲਟੇਟਿਵ ਪ੍ਰੋਸੈਸ ਜਿਹੜਾ ਸ਼ੁਰੂ ਕਰਨ ਨੂੰ ਸੁਪਰੀਮ ਕੋਰਟ ਐਡਵਾਈਸ ਕਰ ਰਹੀ ਹੈ, ਮੈਂ ਆਲਰੇਡੀ ਬੇਨਤੀ ਕਰ ਚੁੱਕਾ ਜਿਹੜਾ ਪ੍ਰੋਸੈਸ ਹੁੰਦਾ ਹੈ ਇਹ ਐਕਟ ਬਣਨ ਤੋਂ ਪਹਿਲਾਂ ਪ੍ਰੋਸੈਸ ਸ਼ੁਰੂ ਕਰਨਾ ਚਾਹੀਦਾ ਹੈ। ਇਹ ਐਗਰੀਕਲਚਰ ਰਿਫਾਰਮ ਇਸ ਤਰੀਕੇ ਨਾਲ ਪਾਰਲੀਮੈਂਟ ਵਿੱਚ ਪੇਸ਼ ਹੋਏ ਕਿ ਪਹਿਲਾਂ ਆਰਡੀਨੈਂਸ ਦੀ ਸ਼ਕਲ ਵਿੱਚ ਆਏ, ਫਿਰ ਜਦੋਂ ਇਹ ਆਰਡੀਨੈਂਸ ਐਕਟ ਦੀ ਰੂਪ ਵਿੱਚ ਆਏ ਨੇ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿੰਨੀ ਜਲਦੀ ਦੇ ਨਾਲ ਔਰ ਕਿਸ ਤਰੀਕੇ ਦੇ ਨਾਲ ਇਹ ਐਕਟ ਪਾਸ ਹੋਏ ਨੇ, ਕੋਈ ਡਿਸਕਸ਼ਨ ਹੀ ਕੋਈ ਨਹੀਂ ਹੋਈ। ਇੱਕ ਤਾਂ ਮੰਦਭਾਗੀ ਗੱਲ ਸਾਡੇ ਦੇਸ਼ ਦੀ ਇਹ ਹੈ ਕਿ ਇਹਦੇ ਵਿੱਚ ਕੋਈ ਸ਼ਾਇਦ ਇੰਨੀ ਇਫੈਕਟਿਵ ਸੈਂਟਰ ਤੇ ਆਪੋਜੀਸ਼ਨ ਨਹੀਂ ਰਹੀ ਜਿਹੜੀ ਕਿ ਇੰਨੀ ਇਫੈਕਟਿਵਲੀ ਕਾਊਂਟਰ ਕਰੇ ਰੂਲਿੰਗ ਪਾਰਟੀ ਨੂੰ, ਔਰ ਦਿਨ ਬ ਦਿਨ ਰੂਲਿੰਗ ਪਾਰਟੀ ਦਾ ਜਿਹੜਾ ਨਜ਼ਰੀਆ ਉਹ ਇਸ ਤਰ੍ਹਾਂ ਦਾ ਹੋ ਗਿਆ ਜਿਵੇਂ ਸਿਟੀਜ਼ਨ ਨੂੰ ਬਿਲਕੁਲ ਹੀ ਤੁਸੀਂ ਦਬਾ ਕੇ ਰੱਖ ਲਓ, ਜਿਵੇਂ ਕੋਈ ਸਿਟੀਜ਼ਨ ਦੇ ਅਧਿਕਾਰ ਹੀ ਨਹੀਂ ਹੈ। ਮੈਂ ਬੜੀ ਅਨਫੋਰਚੂਨੇਟ ਗੱਲ ਹੈ ਜਿਹੜੀ ਮੈਂ ਬਾਰ-ਬਾਰ ਰਿਪੀਟ ਕਰਦਾ ਕਿ ਦੇਖੋ ਇਹਦੇ ਸਿਟੀਜ਼ਨ, ਹਰ ਸਿਟੀਜ਼ਨ ਦੇ ਫੰਡਾਮੈਂਟਲ ਰਾਈਟਸ ਨੇ, ਹਰ ਸਿਟੀਜ਼ਨ ਦੇ ਕਨਸਟੀਟਿਊਸ਼ਨਲ ਰਾਈਟਸ ਨੇ, ਹਰ ਸਿਟੀਜ਼ਨ ਆ ਕੇ ਕੋਰਟ ਪ੍ਰੇਅਰ ਵੀ ਕਰ ਸਕਦਾ ਹੈ। ਜਿੱਥੇ ਕਿਤੇ ਸੈਂਟਰ ਨੂੰ ਲੱਗਿਆ ਐਜ਼ ਏ ਪਾਰਟ ਆਫ ਗੁੱਡ ਗਵਰਨੈਂਸ, ਉੱਥੇ ਸੈਂਟਰ ਨੂੰ ਜਾਣਾ ਚਾਹੀਦਾ ਸੀ ਵੀ ਦੇਖੋ ਅਸੀਂ ਇਹ ਐਗਰੀਕਲਚਰ ਰਿਫਾਰਮਸ ਲੈ ਕੇ ਆ ਰਹੇ ਹਾਂ, ਇਹ ਐਗਰੀਕਲਚਰ ਰਿਫਾਰਮਸ ਜਿਹਨਾਂ ਲਈ ਲੈ ਕੇ ਆ ਰਹੇ ਹਾਂ ਉਹਨਾਂ ਨੂੰ ਇਹਨਾਂ ਤੇ ਬੜਾ ਖਤਰਾ ਹੈ, ਇਹਨੂੰ ਕਿਉਂ ਨਾ ਉਸਨੇ ਕਲੈਰੀਫਾਈ ਕਰਾ ਲਈਏ ਕੋਰਟ ਤੋਂ। ਲੇਕਿਨ ਉਹ ਸਮਾਂ ਰੇਲ ਰੋਕੋ ਦਾ ਸਮਾਂ ਜਿਸ ਮੈਂ ਸ਼ੁਰੂ ਕੀਤਾ ਸੀ ਪੰਜਾਬ ਵਿੱਚ, ਉਹ ਤਾਂ ਉਸ ਵੇਲੇ ਸੈਂਟਰ ਇੰਨੀਆਂ ਚੁੱਪ ਹੋ ਕੇ ਬੈਠ ਗਈ ਕਿ ਜਿਵੇਂ ਸੈਂਟਰ ਦਾ ਕੋਈ ਪੰਜਾਬ ਦੇ ਨਾਲ ਕੰਸਰਨ ਹੀ ਨਹੀਂ ਹੈ। ਜਿਵੇਂ ਪੰਜਾਬ ਦੇ ਇਹ ਰੇਲ ਰੋਕੋ ਦੇ ਜਿਹੜੇ ਕਿਸਾਨ ਜਾਂ ਹੋਰ ਸ਼ਹਿਰੀ ਜਾਂ ਹੋਰ ਉੱਥੇ ਸਿਟੀਜ਼ਨ ਜਿਹੜੇ ਉਹ ਰੇਲਾਂ ਰੋਕ ਕੇ ਬੈਠੇ ਨੇ, ਜਿਵੇਂ ਸੈਂਟਰ ਨੂੰ ਉਹਦੇ ਬਾਰੇ ਕੋਈ ਵਾਸਤਾ ਹੀ ਨਹੀਂ ਸੀ। ਕਿੰਨੀ ਦੇਰ ਮੁਹਿੰਮ ਚੱਲਦੀ ਰਹੀ ਰੇਲ ਰੋਕੋ ਦੀ। ਹੁਣ 26 ਨਵੰਬਰ ਤੋਂ ਲੈ ਕੇ ਅੱਜ ਤੱਕ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕੋਈ ਟਾਈਮ ਨਹੀਂ ਇਹਨਾਂ ਨਾਲ ਆ ਕੇ 2 ਮਿੰਟ ਗੱਲ ਕਰਨ ਦਾ। ਜਾਂ ਦੇਸ਼ ਦਾ ਪ੍ਰਧਾਨ ਮੰਤਰੀ ਵੇਖ ਨਹੀਂ ਸਕਦਾ ਵੀ ਇੰਨੇ ਲੱਖਾਂ ਲੋਕ ਕਿਉਂ ਆਪਣੇ ਘਰਾਂ ਚੋਂ ਉੱਜੜ ਕੇ ਸੜਕਾਂ ਤੇ ਆਪਣਾ ਨਿਵਾਸ ਲੈ ਕੇ ਬੈਠ ਗਏ ਨੇ। ਔਰ ਫਿਰ ਦੇਖੋ ਜੇ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਅੱਜ ਗਿਆ
ਕੋਈ ਵੀ ਜਿਹੜਾ ਪਟੀਸ਼ਨਰ ਹੈ ਜਿਹੜਾ ਸੁਪਰੀਮ ਕੋਰਟ ਦਾ ਸਮਝਦਾ ਹੈ ਕਿ ਜੀ ਇਹਦੇ ਨਾਲ ਸਾਡੇ ਦੇਸ਼ ਨੂੰ ਇੰਟਰਨੈਸ਼ਨਲੀ ਸਾਡਾ ਦੇਸ਼ ਦੀ ਫੇਮ ਹੋ ਰਿਹਾ, ਅਸੀਂ ਆਪ ਇਹ ਗੱਲ ਕਹਿੰਦੇ ਆ ਐਸ ਸਿਟੀਜ਼ਨ ਵੀ ਆਰ ਕੰਸਰਨਡ ਕਿ ਸਾਡੇ ਦੇਸ਼ ਦੀ ਰੈਪੂਟੇਸ਼ਨ ਖਰਾਬ ਹੋ ਰਹੀ ਹੈ। ਪਰ ਲੈਟ ਅਸ ਸੀ ਕਿ ਉਹ ਰੈਪੂਟੇਸ਼ਨ ਕਿਉਂ ਖਰਾਬ ਹੋ ਰਹੀ ਹੈ, ਉਸ ਰੈਪੂਟੇਸ਼ਨ ਨੂੰ ਖਰਾਬ ਕਰਨ ਦੇ ਪਿੱਛੇ ਕੀ ਕਾਰਨ ਹੈ, ਕੌਣ ਬੰਦਾ ਹੈ। ਇਹ ਕਹਿ ਦੇਣਾ ਕਿ ਉਹ ਬੰਦੇ ਖਾਲਿਸਤਾਨੀ ਨੇ, ਮੈਂ ਇਸ ਕੋਲੋਂ ਬੜਾ ਸ਼ਰਮਿੰਦਾ ਕਿ ਕਿਸੇ ਨੇ ਹੀ ਕਹੀ ਜਾਣਾ ਕਿ ਖਾਲਿਸਤਾਨੀ ਹੈ। ਉਹ ਬਈ ਤੁਹਾਡੀ ਸੈਂਟਰਲ ਗਵਰਨਮੈਂਟ ਏਜੰਸੀਜ਼ ਨੇ, ਸੈਂਟਰਲ ਗਵਰਨਮੈਂਟ ਕੋਲ ਪਾਵਰਸ ਨੇ। ਪਲੀਜ਼ ਪੁਆਇੰਟ ਆਊਟ ਜਿਹੜਾ ਕੋਈ ਖਾਲਿਸਤਾਨੀ ਬੰਦਾ ਉਹਦਾ ਕੋਈ ਨਾਮ ਲਵੇ ਜੀ। ਪਲੀਜ਼ ਪੁਆਇੰਟ ਆਊਟ। ਜੀ ਆਮ ਸੌਰੀ ਕਿ ਤੁਹਾਨੂੰ ਸਰ ਮੈਂ ਕਮਲਜੀਤ ਜੀ ਵਿੱਚੋਂ ਟੋਕ ਰਿਹਾ। ਬਿਲਕੁਲ ਜਿਹੜਾ ਹੈਗਾ ਉੱਥੇ ਜਦੋਂ ਅੱਜ ਕੇਂਦਰ ਦੇ ਸਰਕਾਰੀ ਨੁਮਾਇੰਦੇ ਨੇ ਇਹ ਗੱਲ ਕਹੀ ਤਾਂ ਸੁਪਰੀਮ ਕੋਰਟ ਨੇ ਬਿਲਕੁਲ ਇਹੀ ਗੱਲ ਕਹੀ ਕਿ ਅਮਨ ਕਾਨੂੰਨ ਜਿਹੜਾ ਕਾਇਮ ਰੱਖਣਾ ਇਹ ਪੁਲਿਸ ਜਾਂ ਜਿਹੜੀਆਂ ਉਹਨਾਂ ਏਜੰਸੀਆਂ ਦਾ ਕੰਮ ਹੈਗਾ। ਪਰ ਕੇਂਦਰ ਵੱਲੋਂ ਅੱਜ ਇਹ ਗੱਲ ਪਲੀਡ ਕਰਨੀ, ਇਸ ਤਰ੍ਹਾਂ ਦੀ ਗੱਲ ਕਹਿਣੀ ਉਹਨਾਂ ਦੇ ਨੁਮਾਇੰਦੇ ਵੱਲੋਂ ਕਿ ਜੀ ਉੱਥੇ ਸਿੱਖ ਫਾਰ ਜਸਟਿਸ ਦੇ ਕੁਝ ਲੋਕ ਝੰਡੇ ਲਹਿਰਾ ਰਹੇ ਹੈ। ਤੁਸੀਂ ਦੇਖੋ, ਤੁਸੀਂ ਪੰਜਾਬ ਹਰਿਆਣਾ ਜਿਹੜਾ ਹੈਗਾ ਉਸ ਦੇ ਜਿਹੜੇ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਹੋ, ਹਜ਼ਾਰਾਂ ਲੋਕਾਂ ਨਾਲ ਤੁਹਾਡਾ ਵਾਹ ਪੈਂਦਾ ਹੋਏਗਾ। ਕਮਲਜੀਤ ਜੀ ਦੱਸਿਓ ਕਿ ਸਿੱਖ ਫਾਰ ਜਸਟਿਸ ਦਾ ਪੰਜਾਬ ਦੇ ਵਿੱਚ ਕੋਈ ਗੱਲਬਾਤ ਹੈ, ਕੋਈ ਉਹਨਾਂ ਦੀ ਕੇਂਦਰ ਤੇ ਇਸ ਪੱਧਰ ਤੇ ਕਹਿਣਾ ਜਾਣੀ ਇੱਕ ਦੂਸਰੀ ਗੱਲ ਕਹਿ ਰਹੇ ਹੋ ਕਿਸਾਨੀ ਅੰਦੋਲਨ ਨੂੰ ਇੱਕ ਖਾਸ ਰੂਪ ਨਾਲ ਪੇਸ਼ ਕਰਨਾ ਕਿ ਇਹ ਜਿਵੇਂ ਸਿੱਖਾਂ ਦਾ ਅੰਦੋਲਨ ਹੋਏਗਾ ਜਾਂ ਸਿੱਖੀ ਦਾ ਅੰਦੋਲਨ ਹੋਏਗਾ। ਸਿੱਖ ਫਾਰ ਜਸਟਿਸ ਦਾ ਮੁੱਦਾ ਕਿੱਥੋਂ ਆ ਗਿਆ ਜੀ ਉਹਦੇ ਚ ਜਿਹੜਾ ਉੱਥੇ ਅੱਜ ਸੁਪਰੀਮ ਕੋਰਟ ਦੇ ਚ ਆਇਆ? ਇਸ ਮੁੱਦੇ ਤੇ ਮੈਂ ਜਵਾਬ ਲਵਾਂਗਾ। ਇਸ ਤੋਂ ਬਾਅਦ ਭੰਡਾਰੀ ਸਾਹਿਬ ਤੁਹਾਡੇ ਵੱਲ ਵੀ ਆ ਰਿਹਾ। ਮੈਂ ਤਾਂ ਖੁਦ ਕਹਿ ਰਿਹਾ ਬੜੀ ਮੰਦਭਾਗੀ ਗੱਲ ਹੈ। ਅੱਜ ਜੇ ਮੈਂ ਸਮਝਦਾ ਕਿ ਕੋਈ ਕਾਨੂੰਨ ਗਲਤ ਹੈ, ਅੱਜ ਜੇ ਮੈਂ ਇੱਥੋਂ ਤੱਕ ਵੀ ਕਹਿ ਰਿਹਾ ਕਿ ਸਾਡੀ ਆਪਣੀ ਜੁਡੀਸ਼ਰੀ ਨੇ ਕਾਫੀ ਲੇਟ ਕਰ ਦਿੱਤਾ, ਇਸ ਥਰਡ ਪਿਲਰ ਨੂੰ ਜਲਦੀ ਇੰਟਰਵੀਨ ਕਰਨਾ ਚਾਹੀਦਾ ਸੀ, ਤਾਂ ਕੀ ਮੈਂ ਕੋਈ ਐਂਟੀ ਨੈਸ਼ਨਲ ਬਣ ਜਾਂਦਾ? ਮੈਂ ਆਪਣੀ ਜੇ ਵੌਇਸ ਦੱਸਦਾ ਇਹਦੇ ਨਹੀਂ ਕੋਈ ਕਿਹਾ ਮੈਂ ਐਂਟੀ ਨੈਸ਼ਨਲ ਕਿਆ ਮੈਨੂੰ ਅੱਜ ਵੀ ਅੱਜ ਸੁਪਰੀਮ ਕੋਰਟ ਨੇ ਇਹ ਉੱਥੇ ਡਿਸਕਸ਼ਨ ਕੀਤੀ ਹੈ। ਜੇ ਉਸ ਤੋਂ ਬਾਅਦ ਦੇਖੋ ਭੰਡਾਰੀ ਸਾਹਿਬ ਉਸ ਤੋਂ ਪਹਿਲਾਂ ਚੀਫ ਮਿਨਿਸਟਰ ਖੱਟੜ ਤੇ ਉਹਨਾਂ ਦੇ ਕਿਸੇ ਕੈਬਨਿਟ ਕੋਲੀਗ ਨੇ ਇਹ ਕਿਹਾ ਜੀ ਕਿ ਇਹ ਖਾਲਿਸਤਾਨੀ ਨੇ। ਮੈਂ ਚੀਫ ਮਿਨਿਸਟਰ ਖੱਟੜ ਤੋਂ ਐਜ਼ ਸਿਰਫ ਪੁੱਛਣਾ ਚਾਹੁੰਦਾ ਜਾਂ ਉਹਨਾਂ ਦੇ ਕਿਸੇ ਕੈਬਨਿਟ ਜਿਹਨੇ ਇਹ ਸ਼ਬਦ ਯੂਜ਼ ਕੀਤੇ ਨੇ, ਜਾਂ ਤਾਂ ਕੋਈ ਪੁਆਇੰਟ ਆਊਟ ਕਰੇ ਵੀ ਇਹ ਖਾਲਿਸਤਾਨੀ ਬੰਦਾ ਉੱਥੇ ਹੈ, ਜਾਂ ਕੋਈ ਪੁਆਇੰਟ ਆਊਟ ਕਰੇ ਇਹ ਖਾਲਿਸਤਾਨੀ ਮੂਵਮੈਂਟ ਨਾਲ ਰਿਲੇਟਡ ਹੈ। ਬਿਲਕੁਲ ਠੀਕ ਹੈ, ਅਸੀਂ ਬਿਲਕੁਲ ਉਹਨਾਂ ਦੀ ਗੱਲ ਨੂੰ ਜਸਟੀਫਾਈ ਸਮਝਾਂਗੇ, ਪਰ ਐਵੇਂ ਆਫ ਦੀ ਕਫ ਕਮੈਂਟ ਕਰ ਦੇਣਾ ਔਰ ਕੋਸ਼ਿਸ਼ ਕਰਨਾ ਬਦਨਾਮ ਕਰਨ ਨੂੰ, ਮੇਰਾ ਖਿਆਲ ਹੈ ਦੁਨੀਆ ਦੀ ਹਿਸਟਰੀ ਦੇ ਵਿੱਚ ਭੰਡਾਰੀ ਸਾਹਿਬ ਤੁਸੀਂ ਮੇਰੇ ਤੋਂ ਵੱਡੇ ਉਮਰ ਦੇ ਵਿੱਚ ਔਰ ਤੁਸੀਂ ਮੇਰੇ ਤੋਂ ਅੱਛੇ ਅਹੁਦੇ ਸੰਭਾਲ ਕੇ ਰੱਖੇ ਨੇ। ਦੁਨੀਆ ਦੀ ਹਿਸਟਰੀ ਇਸ ਤੋਂ ਵਧੀਆ ਮੁਹਿੰਮ ਕਦੇ ਨਹੀਂ ਕੋਈ ਚੱਲੀ। ਫਾਰਮਰ ਐਜੂਕੇਸ਼ਨ ਹੈ, ਜਿਸ ਸੂਝਵਾਨ ਤਰੀਕੇ ਦੇ ਨਾਲ ਐਜੂਕੇਸ਼ਨ ਚੱਲਦੀ ਹੈ, ਮੇਰਾ ਖਿਆਲ ਤੁਸੀਂ ਖੁਦ ਕਹੋਗੇ ਕਿ ਬੜੀ ਕਮੈਂਡੇਬਲ ਹੈ। ਇਹ ਸੂਝਵਾਨ ਤਰੀਕੇ ਨਾਲ ਕਿਸੇ ਨੂੰ ਇਨਫਿਲਟਰੇਟ ਕਰਨ ਨਹੀਂ ਦਿੱਤਾ, ਕੋਈ ਪੋਲੀਟੀਕਲ ਬੰਦਾ ਨਹੀਂ ਉੱਥੇ ਗਿਆ, ਕੋਈ ਕਿਸੇ ਤਰ੍ਹਾਂ ਦਾ ਐਂਟੀ ਨੈਸ਼ਨਲ ਐਲੀਮੈਂਟ ਨਹੀਂ ਉੱਥੇ ਗਿਆ। ਔਰ ਜਿਹੜੇ ਫਿਰ ਸਾਡੇ ਦੇਸ਼ ਦਾ ਚੀਫ ਮਿਨਿਸਟਰ ਸਟੇਟ ਦਾ ਇਹ ਗੱਲ ਕਰੇ ਜਾਂ ਕੋਈ ਕੈਬਨਿਟ ਮਿਨਿਸਟਰ ਗੱਲ ਕਰੇ, ਫਿਰ ਉਸ ਤੋਂ ਬਾਅਦ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਨੇ ਇਹ ਗੱਲ ਬਿਲਕੁਲ ਕਲੈਰੀਫਾਈ ਕਰ ਦਿੱਤੀ ਕਿ ਇਸ ਮੂਵਮੈਂਟ ਦੇ ਨਾਲ ਅੱਜ ਸਾਡੇ ਕੋਲ ਕੋਈ ਖਾਲਿਸਤਾਨੀ ਰਿਲੇਟਡ ਨਹੀਂ ਹੈ। ਹੁਣ ਉਸ ਤੋਂ ਬਾਅਦ ਅੱਜ ਫਿਰ ਇਸ ਤੋਂ ਵਧੀਆ ਸ਼ੇਮਫੁਲ ਗੱਲ ਈਵਨ ਸੈਂਟਰਲ ਗਵਰਨਮੈਂਟ ਕੋਲ ਨਹੀਂ ਹੋ ਸਕਦੀ ਕਿ ਅਟਾਰਨੀ ਜਨਰਲ ਆਫ ਦੀ ਕਫ ਕਹਿ ਦੇ ਜੀ ਕਿ ਖਾਲਿਸਤਾਨ ਮੂਵਮੈਂਟ ਦੇ ਨਾਲ ਰਿਲੇਟਡ ਮੂਵਮੈਂਟ ਹੈ। ਇਟ ਇਜ਼ ਵੈਰੀ ਅਨਫੋਰਚੂਨੇਟ। ਨਹੀਂ ਐਦਾਂ ਨਹੀਂ ਕਹਿ। ਓਕੇ, ਆਪਾਂ ਜਵਾਬ ਲੈਣੇ ਭੰਡਾਰੀ ਸਾਹਿਬ ਤੁਸੀਂ ਕਮਲਜੀਤ ਸਿੰਘ ਦੇ ਕਮੈਂਟ ਸੁਣਿਆ, ਤੁਸੀਂ ਆਪਣੀ ਗੱਲ ਵੀ ਕਹਿਣਾ ਚਾਹੁੰਦੇ ਸੀ? ਹਾਂ ਮੈਂ ਸਿਰਫ ਇਹ ਕਹਿ ਰਿਹਾ ਸੀਗਾ ਕਿ ਇਹ ਖੱਟਰ ਸਾਹਿਬ ਨੇ ਕਿਹਾ ਔਰ ਦੂਜੀ ਗੱਲਾਂ ਕਹੀਆਂ ਉਹਦੇ ਬਾਰੇ ਕਹਿ ਰਿਹਾ ਸੀਗਾ। ਰਾਜਨਾਥ ਸਿੰਘ ਜੀ ਦਾ ਪਿੱਛੇ ਜੇ ਬਿਆਨ ਹੈ ਉਹਨੂੰ ਮੈਂ ਨਾ ਪਿੱਛੇ ਜੋੜਾਂਗਾ। ਉਹਨਾਂ ਨੇ ਕਿਹਾ ਇਸ ਮੂਵਮੈਂਟ 'ਚ ਕੋਈ ਖਾਲਿਸਤਾਨੀ ਨਹੀਂ, ਕੋਈ ਆਤੰਕਵਾਦੀ ਨਹੀਂ, ਇਸ ਮੂਵਮੈਂਟ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਨਕਸਲਵਾਦ ਨਹੀਂ ਹੈ। ਇਹਦੇ ਬਾਰੇ ਅਸੀਂ ਕਲੀਅਰ ਹੈ ਔਰ ਡਿਫੈਂਸ ਮਿਨਿਸਟਰ ਇਹ ਗੱਲ ਕਹਿ ਰਿਹਾ। ਮੈਂ ਹੋਰ ਉਹਦੇ ਪਿੱਛੇ ਜਾਊਂਗਾ। ਰਾਜੇਵਾਲ ਜੀ ਦਾ ਇੱਕ ਕਿਸਾਨ ਅੰਦੋਲਨ ਦੀ ਸਟੇਜ ਤੋਂ ਇੱਕ ਭਾਸ਼ਣ ਹੈ, ਉਹ ਕਿਸ ਵੇਲੇ ਸੁਣ ਲੈਣ। 2 सेकंड इंटरप्ट कर रहे हैं मिस्टर भंडारी, 2 सेकंड आई एम रियल सॉरी मिस्टर भंडारी, you are magnanimous in saying कि मिस्टर राजनाथ सिंह ने एक गल क्लैरीफाई कर दी थी। क्या राजनाथ सिंह ਨੂੰ ਇਸ ਮਿਨਿਸਟਰ ਦਾ ਜਾਂ ਇਸ ਚੀਫ ਮਿਨਿਸਟਰ ਦੇ ਕੋਈ ਐਕਸਪਲੇਨੇਸ਼ਨ ਨਹੀਂ ਲੈਣੀ ਚਾਹੀਦੀ ਜਾਂ ਪ੍ਰਾਈਮ ਮਿਨਿਸਟਰ ਨੂੰ ਨਹੀਂ ਚਾਹੀਦੀ? ਮੈਂ ਪੂਰੀ ਗੱਲ ਸੁਣੋ, ਤੁਸੀਂ ਸਮਝ ਜਾਓਗੇ। ਮੇਰੀ ਐਸੀ ਆਸ਼ਾ ਹੈ ਰਾਜੇਵਾਲ ਜੀ ਗੱਲ ਕਰੋਗੇ। ਅੱਜ ਸੁਪਰੀਮ ਕੋਰਟ 'ਚ ਵੀ ਇਹ ਗੱਲ ਕਹੀ ਗਈ ਤਾਂ ਕਿਉਂ ਕਹੀ ਗਈ? हाँ मैं आ जाना। देखो ऐसे है
ਕਿ ਰਾਜੇਵਾਲ ਜੀ ਦਾ ਇੱਕ ਭਾਸ਼ਣ ਹੈ, ਉਹ ਜੇ ਕਹੋਗੇ ਤਾਂ ਮੇਰੇ ਕੋਲ ਹੈਗੀ ਹੈ, ਮੈਂ ਉਹ ਖੋਲ ਕੇ ਸੁਣਾ ਵੀ ਦਊਂਗਾ। ਸੁਣਿਆ ਹੋਗਾ ਸਿੱਧੂ ਸਾਹਿਬ ਨੇ, ਜੂ ਸੁਣਿਆ ਉਹਨਾਂ ਨੇ ਕਿਹਾ ਸੀ ਵੀ ਦੇਖੋ, ਕਹਿੰਦਾ ਦੇਖੋ ਇਹ ਬਿਲਕੁਲ ਨਰੋਲ ਕਿਸਾਨੀ ਦਾ ਅੰਦੋਲਨ ਹੈ, ਜਿਹੜੇ ਇਹਨੂੰ ਧਰਮ ਨਾਲ ਜੋੜਨਾ ਚਾਹੁੰਦੇ ਨੇ ਅਸੀਂ ਖਬਰਦਾਰ ਕਰਦੇ ਹਾਂ ਕਿ ਉਹ ਇਸ ਐਜੀਟੇਸ਼ਨ ਤੋਂ ਬਾਹਰ ਜਾ ਕੇ ਜੋ ਕਰਨਾ ਕਰਨ। ਨਾਰੇ ਲਾਉਂਦੇ ਨੇ, ਜੇ ਖਾਲਿਸਤਾਨੀਆਂ ਦਾ ਝੰਡਾ ਜਿਹਾ ਬੁਲੰਦ ਕਰਦੇ ਨੇ, ਉਹਨਾਂ ਨੂੰ ਵੀ ਕਹਿਣਾ ਕਿ ਇਸ ਅੰਦੋਲਨ ਤੋਂ ਬਾਹਰ ਜਾ ਕੇ ਆਪਾਂ ਖਾਲਿਸਤਾਨ ਦਾ ਜਿਹੜਾ ਫੈਸਲਾ ਕਰਨਾ ਕਰੋ। ਕੁਛ ਯੰਗ ਲੋਕ ਐਸੇ ਨੇ ਜਿਹੜੇ ਇੱਥੇ ਆ ਕਰਦੇ ਆ, ਉਹ ਕਰਦੇ ਆ, ਅਰਾਜਕਤਾ ਫੈਲਾਉਂਦੇ ਆ, ਉਹਨਾਂ ਨੂੰ ਵੀ ਕਹਿਣਾ ਇਹ ਨਰੋਲ ਕਿਸਾਨਾਂ ਦਾ ਐਜੀਟੇਸ਼ਨ ਹੈ, ਇਹਦੇ ਵਿੱਚ ਇਹੋ ਜਿਹਾ ਕੰਮ ਨਾ ਕਰੋ। ਐਗਜ਼ੈਕਟਲੀ ਓਨੀ ਕੀ ਗੱਲ ਦੇ ਵਿੱਚ ਜਾਈਏ, ਜਦ ਇੱਕ ਗੱਲ ਕੋਈ ਛੋਟੀ ਜੀ ਜੋ ਰਾਜੇਵਾਲ ਜੀ ਨੇ ਕਿਹਾ ਉਸੇ ਲਾਈਨ 'ਚ ਟੂ ਮਾਈ ਮਾਈਂਡ ਖੱਟਰ ਜੀ ਨੇ ਕਿਹਾ, ਉਸ ਤੋਂ ਬਾਅਦ ਤਾਂ ਨਹੀਂ ਗਿਆ। ਐਵੇਂ ਸਟ੍ਰੈਚ ਕਰੀ ਜਾਣਾ, ਉਸੇ ਗੱਲ ਨੂੰ ਫੜ ਕੇ ਬਹਿ ਜਾਣਾ ਔਰ ਬਾਰ-ਬਾਰ ਕਹੀ ਜਾਣਾ, ਇਹ ਅੱਛੀ ਗੱਲ ਨਹੀਂ। ਸੁਪਰੀਮ ਕੋਰਟ 'ਚ ਵੀ ਰੈਫਰੈਂਸ ਲਿੱਤਾ ਉਹਨਾਂ ਨੇ ਇਹ ਨਹੀਂ ਕਿਹਾ ਕਿ ਸਾਰੀ ਐਜੀਟੇਸ਼ਨ ਜਿਹੜੀ ਖਾਲਿਸਤਾਨ ਦੀ ਐਜੀਟੇਸ਼ਨ ਹੈ। ਮੈਂ ਤਾਂ ਰੈਫਰੈਂਸ ਦੇਣਾ ਵੀ ਸਰ ਰੈਫਰੈਂਸ ਦੇਣਾ ਵੀ ਜਦੋਂ ਕਿ ਕੋਈ ਸਰ ਉਹ ਇਹ ਕਹਿ ਰਿਹਾ ਹੈ, ਪ੍ਰੋਫੈਸਰ ਭੰਡਾਰੀ ਉਹ ਕਹਿ ਰਿਹਾ ਹੈ, ਰੈਫਰੈਂਸ ਦੇਣਾ ਵੀ ਦੇਖੋ ਇੱਕ ਐਡਾ ਵੱਡਾ ਅੰਦੋਲਨ ਹੈ ਜਿੱਥੇ ਲੱਖਾਂ ਲੋਕਾਂ ਦੀ ਪਾਰਟਿਸਿਪੇਸ਼ਨ ਹੈ, ਉੱਥੇ ਕੋਈ 2 ਜਾਂ 4 10 ਝੰਡੇ ਕਿਸੇ ਨੇ ਲਹਿਰਾਤੇ ਨਹੀਂ ਲਹਿਰਾਤੇ, ਕਿਸੇ ਨੇ ਕਿੱਦਾਂ ਲਹਿਰਾਏ, ਕੀ ਮਨਸ਼ਾ ਸੀ। ਜਾਣੀ ਸਾਰੇ ਅੰਦੋਲਨ ਦਾ ਫੋਕਸ ਆਪਾਂ ਜਦੋਂ ਐਡੇ ਵੱਡੇ ਸੁਪਰੀਮ ਕੋਰਟ ਦੇ ਜਦੋਂ ਪੂਰੀ ਦੁਨੀਆ ਦਾ ਮੀਡੀਆ, ਇੰਡੀਆ ਦਾ ਮੀਡੀਆ ਉੱਤੇ ਕਵਰ ਕਰ ਰਿਹਾ ਹੋਵੇ, ਉੱਥੇ ਕਹਿ ਲਾਵੇ ਜਿਹੜਾ ਕਿਤੇ ਉੱਠ ਕੇ ਮਹਾਰਾਸ਼ਟਰ ਚੋਂ ਸਾਰਾ ਆਇਆ ਹੋਏਗਾ, ਕੇਰਲਾ ਚੋਂ ਆਇਆ ਹੋਏਗਾ, ਉਹ ਤਾਂ ਸਮਝੇਗਾ ਕਿ ਪਤਾ ਨਹੀਂ ਪੰਜਾਬ ਵਾਲੇ ਕਿੰਨੇ ਕਿ ਸਿੱਖ ਫਰ ਜਸਟਿਸ ਲਈ ਜਿਹੜਾ ਹੈਗਾ ਝੰਡੇ ਚੁੱਕੀ ਫਿਰਦੇ ਆ। ਅਸੀਂ ਤਾਂ ਸਰ ਆਪਣੇ ਮੁਲਕ ਨੂੰ ਆਪ ਹੀ ਦੂਜੇ ਪਾਸੇ ਨੂੰ ਧੱਕ ਰਹੇ ਹਾਂ। ਮੈਂ ਤੁਹਾਨੂੰ ਇੰਟਰਪਟ ਨਹੀਂ ਕੀਤਾ, ਫਿਰ ਮੈਂ ਰਿਕੁਐਸਟ ਕਰਦਾ, ਮੈਂ ਜਿੰਨੀਆਂ ਡਿਸਕਸ਼ਨ 'ਚ ਗਿਆ ਇਹਦੇ ਤੇ ਮੇਰਾ ਖਿਆਲ ਹੈ 25 ਡਿਸਕਸ਼ਨ 'ਚ ਗਿਆ, ਕਿਧਰੇ ਵੀ ਜਿਹਨੂੰ ਮੈਂ ਕਿਹਾ ਨਹੀਂ, ਮੈਂ ਸਾਫ਼ ਕਿਹਾ ਇਹ ਨਰੋਲ ਕਿਸਾਨੀ ਅੰਦੋਲਨ ਹੈ। ਕੁਝ ਐਲੀਮੈਂਟਸ ਹੁੰਦੇ ਨੇ ਉਹ ਹਰ ਵੇਲੇ ਫਾਇਦਾ ਉਠਾਉਣਾ ਚਾਹੁੰਦੇ ਨੇ। ਆਤੰਕਵਾਦ ਦੇ ਵਿੱਚ ਕੁਝ ਲੋਕਾਂ ਨੇ ਆਪਣੇ ਪਰਸਨਲ ਰੰਜਾਂ ਵੀ ਕੱਢ ਲਈਆਂ ਆਤੰਕਵਾਦ ਦੇ ਖਾਤੇ। ਉਹ ਵੱਖਰਾ ਮੁੱਦਾ ਹੈ, ਉਹ ਵੱਖਰਾ ਮੁੱਦਾ ਹੈ। ਇਹਨੂੰ ਸਟ੍ਰੈਚ ਨਾ ਕਰੀਏ, ਲੈਟ ਮੀ ਸੇ ਔਨ ਰੈਕਰਡ, ਸਿੱਧੂ ਸਾਹਿਬ, ਲੈਟ ਮੀ ਸੇ ਔਨ ਰੈਕਰਡ whereas our party is concerned, ਮੈਂ ਹੁਣ ਸੈਂਟਰ ਗਵਰਨਮੈਂਟ ਦਾ ਨੁਮਾਇੰਦਾ ਤਾਂ ਨਹੀਂ, ਇਸ ਕਾਰਨ ਸੈਂਟਰ ਗਵਰਨਮੈਂਟ ਵੀ ਪਾਰਟੀ ਦੇ ਨਾਲ ਹੀ ਜੁੜੀ ਹੋਈ ਹੈ। wherever our party is concerned, I can say on record, I can say with full sense of responsibility, ਆ ਅੰਦੋਲਨ ਦਾ ਖਾਲਿਸਤਾਨ ਨਾਲ, ਆਤੰਕਵਾਦ ਦਾ ਜਾਂ ਮਾਓਵਾਦੀਆਂ ਨਾਲ ਜਾਂ ਹੋਰਾਂ ਨਾਲ ਕੋਈ ਲੈਣਾ ਦੇਣਾ ਨਹੀਂ। ਜੀ ਪ੍ਰੋਫੈਸਰ ਭੰਡਾਰੀ, ਬਿਲਕੁਲ ਜਿਹੜਾ ਕਿ ਤੁਸੀਂ ਜ਼ਮੀਨੀ ਹਕੀਕਤਾਂ ਮੁਤਾਬਕ ਤੁਸੀਂ ਕਮੈਂਟਸ ਦਿੱਤੇ ਹੋ, ਅਸੀਂ ਇਹ ਕਹਿ ਸਕਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਦੇ ਅੰਦਰ ਪ੍ਰੋਫੈਸਰ ਰਜਿੰਦਰ ਭੰਡਾਰੀ ਵਰਗੇ ਨੇਤਾ ਵੀ ਜਿਹੜੇ ਜ਼ਮੀਨੀ ਹਕੀਕਤ ਤੇ ਗੱਲ ਕਰ ਰਿਹਾ ਹੈ। ਇਸ ਪਾਰਟੀ ਦੇ ਅੰਦਰ ਹੀ ਜਿੱਦਾਂ ਤੁਸੀਂ ਕਹਿ ਰਹੇ ਹੋ ਕੁਝ ਉਹ ਲੋਕ ਵੀ ਹੈ ਜਿਹੜੇ ਕਿਸਾਨਾਂ ਨੂੰ ਤਾਲਬੇਲ ਨਾਲ ਤੁਲਨਾ ਕਰ ਰਹੇ ਅੱਜ ਵੀ ਟੀਵੀ ਚੈਨਲਾਂ ਤੇ ਕਿ ਕਿਸਾਨ ਨੇਤਾ ਤਾਲਬੇਲ ਨੇ। ਚਲੋ ਛੱਡੋ, ਆਪਣਾ ਅੱਜ ਦਾ ਮੁੱਦਾ ਨਹੀਂ। ਸਿੰਗੜਾ ਸਾਹਿਬ, ਤੁਸੀਂ ਆਪਣੀ ਗੱਲ ਕਹਿਣਾ ਚਾਹੁੰਦੇ ਸੀਗੇ, ਉਸ ਮੁੱਦੇ ਤੇ ਵੀ ਤੁਸੀਂ ਗੱਲ ਕਰਿਓ, ਪਰ ਜਿਸ ਤਰੀਕੇ ਨਾਲ ਜਿਹੜੀਆਂ ਪਰਿਸਥਿਤੀਆਂ ਬਣੀਆਂ ਹੋਈਆਂ ਉਹਨਾਂ ਪਰਿਸਥਿਤੀਆਂ 'ਚ ਕਿਸਾਨਾਂ ਨੇ ਸਾਫ਼ ਤੌਰ ਤੇ ਗੱਲ ਕਹੀ ਹੈ ਕਿ ਅਸੀਂ ਆਪਣਾ ਸੰਘਰਸ਼ ਜਿਹੜਾ ਅੱਗੇ ਵਧਾਵਾਂਗੇ, ਇਸ ਫੈਸਲੇ ਦੇ ਮੁਤਾਬਕ ਅਸੀਂ ਆਪਣੇ ਅੰਦੋਲਨ ਨੂੰ ਵਾਪਸ ਨਹੀਂ ਲੈ ਸਕਦੇ। ਸਿੱਧੂ ਸਾਹਿਬ, ਮੈਂ ਪਹਿਲਾਂ ਆਪਣੀ ਗੱਲ ਕਰ ਲਵਾਂ ਜਿਹੜੀ ਮੈਂ ਕਹਿਣੀ ਚਾਹੁੰਦਾ ਸੀ, ਭਾਵੇਂ ਇਹ ਮੁੱਦਾ ਅੱਜ ਦਾ ਨਹੀਂ ਹੈਗਾ ਜੇ ਤੇ ਗੱਲ ਚੱਲ ਰਹੀ ਸੀ। ਇੱਕ ਲਫ਼ਜ਼ ਹੈਗਾ ਫਰੇਮ ਕਰਨਾ, ਜਿਹੜਾ ਕਿ ਪਹਿਲਾਂ ਵੀ ਸਿਆਸੀ ਲੋਕ ਮੇਰੇ ਵਰਗੇ ਇਨੋਸੈਂਟ ਬੰਦਿਆਂ ਨੂੰ ਜਾਂ ਹੋਰ ਆਮ ਲੋਕਾਂ ਨੂੰ, ਜਿਹੜੇ ਆਮ ਆਦਮੀ ਨੇ, ਉਹਨਾਂ ਨੂੰ ਫਰੇਮ ਕਰਦੇ ਰਹਿੰਦੇ ਆ, ਜਿਹੜੇ ਕਈ ਵਾਰੀ ਸਜ਼ਾਵਾਂ ਵੀ ਹੋ ਜਾਂਦੀਆਂ, ਰੂਟੀਨ 'ਚ ਕੇਸ ਬਣ ਜਾਂਦਾ, ਰੂਟੀਨ 'ਚ ਗਵਾਹੀਆਂ ਹੋ ਜਾਂਦੀਆਂ, ਤੇ ਜੇ ਅਦਾਲਤ ਦੇ ਕਾਗਜ਼ ਪੂਰੇ ਆ ਤੇ ਸਜ਼ਾ ਵੀ ਹੋ ਜਾਂਦੀ, ਕ੍ਰਿਮੀਨਲ ਬਾਹਰ ਤੁਰੇ ਫਿਰਦੇ ਆ। ਸ਼ੁਰੂ ਤੋਂ ਹੀ ਇਹ ਮੈਂ ਪਹਿਲੀ ਵਾਰੀ ਦੇਖਿਆ ਵੀ ਕਿਸੇ ਅੰਦੋਲਨ ਨੂੰ ਫਰੇਮ ਕਰਨ ਲੱਗ ਜਾਵੇ ਇੱਕ ਪਾਰਟੀ, ਔਰ ਉਹ ਪਾਰਟੀ ਨਹੀਂ ਇਕੱਲੀ, ਕੇਂਦਰ ਸਰਕਾਰ ਵੀ ਫਰੇਮ ਕਰਨ ਲੱਗ ਜਾਵੇ। ਇਹ ਮੇਰੇ ਜੀਵਨ ਕਾਲ 'ਚ ਮੈਂ ਪਹਿਲੀ ਵਾਰੀ ਆਪਣੇ ਅੱਖੀਂ ਦੇਖਿਆ। ਭੰਡਾਰੀ ਜੀ ਉਹਨਾਂ ਦਾ ਮੈਂ ਸਤਿਕਾਰ ਕਰਦਾ ਹਾਂ, ਕਿੰਨੀ ਬੇਬਾਕੀ ਨਾਲ ਇਹਨਾਂ ਨੇ ਸੱਚਾਈ ਬੋਲੀ ਹੈ, ਪਰ ਦੂਸਰੇ ਪਾਸੇ ਕੌਣ ਬੋਲ ਰਹੇ ਨੇ? ਇਹ ਸ਼ੁਰੂ ਤੋਂ ਹੀ ਜੋ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨੇ ਉਹ ਕਹਿੰਦੇ ਨੇ ਵਿਚੋਲੀਆ ਦਾ ਅੰਦੋਲਨ ਹੈ। ਫਿਰ ਉਸ ਗੱਲ ਨੂੰ ਵਾਪਸ ਲਿਆ ਗਿਆ, ਕਹਿੰਦੇ ਨਹੀਂ ਉਹ ਆੜ੍ਹਤੀਆਂ ਨੂੰ ਨਹੀਂ ਕਿਹਾ, ਗਰੇਵਾਲ ਸਾਹਿਬ ਤੇ ਜਿਆਣੀ ਸਾਹਿਬ ਤੇ ਹੋਰ ਪੰਜਾਬ ਦੇ ਆਗੂ ਕਹਿੰਦੇ ਨਹੀਂ ਆੜ੍ਹਤੀਆਂ ਨੂੰ ਕਿਹਾ, ਜਦ ਕਿ ਉਹਦੇ ਵਿੱਚ ਕਲੀਅਰ ਕੱਟ ਕਿਹਾ
कि किसान तो अपना आड़तिया भी नहीं बदल सकता, जो उन्होंने नहीं मैं करना चाहता, बार बार मुकरिया गया उस गल तो। नक्सलवादियों का अंदोलन किया, जी जी पाकिस्तानियों का किया, खालिस्तानियों का किया कि साहब कल फिर गरेवाल साहब कही जाते सी ਉਹ ਪੁਰਾਣੇ ਮਾਓਵਾਦੀ ਜੀ ਜੀ ਬਿਲਕੁਲ ਸਰ ਇਸ ਮੁੱਦੇ ਤੇ ਆਪਾਂ ਪਿੱਛੇ ਵੀ ਬਹੁਤ ਸਾਰੀਆਂ ਡਿਬੇਟ ਡਿਸਕਸ਼ਨ ਜਿਹੜੀਆਂ ਇਹਨਾਂ ਸਾਰੇ ਮਾਮਲੇ ਤੇ ਆਉਂਦੀ ਰਹੀ ਹੈ। ਮੈਂ ਚੇਚੇ ਤੌਰ ਤੇ ਅੱਜ ਦੇ ਮੁੱਦੇ ਤੇ ਜਿਹੜਾ ਸੁਪਰੀਮ ਕੋਰਟ ਦਾ ਮਾਮਲਾ ਹੈ, ਜਿਹੜਾ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਵੀ ਕੋਰਟ ਜਿਹੜਾ ਹੈਗਾ ਇਹਨਾਂ ਨਿਯਮਾਂ ਨੂੰ, ਜਿਹਨਾਂ ਕਾਨੂੰਨਾਂ ਨੂੰ ਲਾਗੂ ਹੋਣ ਤੇ ਸਟੇ ਕਰਦਾ ਹੈ, ਤੇ ਕਿਸਾਨ ਕਹਿ ਰਹੇ ਫਿਰ ਰੱਦ ਕਿਉਂ ਨਹੀਂ ਕਰਦੇ ਜੇ ਕਾਨੂੰਨ ਗਲਤ ਹੈ ਤਾਂ। ਕਿਸਾਨ ਬਿਲਕੁਲ ਸਹੀ ਕਹਿ ਰਹੇ ਹੈ ਜੀ। ਜਿਹੜੀਆਂ ਕੱਲ ਟਿੱਪਣੀਆਂ ਦਿੱਤੀਆਂ ਸੁਪਰੀਮ ਕੋਰਟ ਨੇ, ਉਹ ਤਾਂ ਉਹਨਾਂ ਨੇ ਕਾਫੀ ਟਿੱਪਣੀਆਂ ਜਿਹੜੀਆਂ ਸੀਗੀਆਂ ਉਹ ਸੱਚਾਈ ਤੇ ਆਧਾਰਿਤ ਸੀਗੀਆਂ, ਵੀ ਪਹਿਲਾਂ ਕਿਉਂ ਨਹੀਂ ਕੀਤਾ, ਜੇ ਤੁਸੀਂ ਨਹੀਂ ਕਰ ਸਕਦੇ ਅਸੀਂ ਕਰ ਦਾਂਗੇ। ਜੋ ਕੁਝ ਵੀ ਸੀਗਾ ਉਹਦੇ ਵਿੱਚ ਕਾਫੀ ਕੇਂਦਰ ਸਰਕਾਰ ਦੀ ਖਿਚਾਈ ਹੋਈ ਹੈ। ਕੋਈ ਮਤਲਬ ਉਹ ਉਦੋਂ ਤੱਕ ਠੀਕ ਸੀਗਾ, ਜਿਹੜਾ ਅੱਜ ਵੀ ਕੀਤਾ ਆ ਇਹਦੇ ਵਿੱਚ ਦੇਖੋ ਇੱਕ ਬੜੀ ਚਿੰਤਾ ਵਾਲੀ ਗੱਲ ਹੈ, ਜਿਹੜੇ ਸਟੇ ਵੀ ਕੀਤਾ ਉਹਦਾ ਕੋਈ ਪੀਰੀਅਡ ਨਹੀਂ ਹੈ। ਉਹ ਜਦੋਂ ਵੀ ਉਹਨਾਂ ਨੂੰ ਲੱਗੇਗਾ ਕਿ ਅੰਦੋਲਨ ਜਿਹੜਾ ਆ ਵਾਪਸ ਹੋ ਗਿਆ ਆਪਦੀ ਘੜੀ ਜਾਂ ਕਿਸ ਤਰ੍ਹਾਂ, ਜਾਂ ਜਦੋਂ ਛੁੱਟੇ ਲੱਗੂਗਾ ਤਾਂ ਉਹਨੂੰ ਤੋੜ ਦੇਣਗੇ। ਉਹਦੇ ਚ ਟਾਈਮ ਪੀਰੀਅਡ ਨਹੀਂ ਦੱਸਿਆ ਗਿਆ, ਇਹਦਾ ਕੋਈ ਮਤਲਬ ਨਹੀਂ ਨਿਕਲਦਾ। ਇਹਦਾ ਮਤਲਬ ਇਹੀ ਆ ਵੀ ਮੈਂ ਤੈਨੂੰ ਇਹੀ ਕਹੂੰਗਾ, ਇਹ ਅਦਾਲਤਾਂ ਵਿੱਚੋਂ ਵੀ ਕਿਸ ਤਰ੍ਹਾਂ ਆਰਡਰ ਲੈਣੇ ਹੁੰਦੇ ਆ, ਸਟੇ ਕਿਸ ਤਰ੍ਹਾਂ ਲੈਣਾ, ਕੁਛ ਹੋਰ ਲੈਣਾ, ਉਹ ਟੈਕਨੀਕਲ ਚੀਜ਼ਾਂ ਹੁੰਦੀਆਂ। ਇਹਦੇ ਵਿੱਚ ਮੈਂ ਤਾਂ ਇਹ ਕਹੂੰਗਾ ਵੀ ਕੇਂਦਰ ਸਰਕਾਰ ਦਾ ਇਹ ਵੀ ਇੱਕ ਹੱਥ ਕੰਡਾ ਆ ਕਿ ਸੁਪਰੀਮ ਕੋਰਟ ਨੂੰ ਵੀ ਵਰਤ ਜਾਣਾ, ਕਿਉਂਕਿ ਲੀਗਲ ਚੀਜ਼ਾਂ ਹੁੰਦੀਆਂ, ਇੰਟੈਲੀਜੈਂਟ ਬੰਦੇ ਹਰ ਪਾਰਟੀਆਂ 'ਚ ਹੁੰਦੇ ਆ, ਵਧੀਆ ਵਕੀਲ ਹਰ ਪਾਰਟੀਆਂ 'ਚ ਮਿਲ ਜਾਂਦੇ ਆ। ਕੋਈ ਕਤਲ ਵੀ ਹੋ ਜਾਂਦਾ ਆ ਤਾਂ ਇੱਕ ਵਕੀਲ ਜਿਹਨਾਂ ਦਾ ਵਿਅਕਤੀ ਕਤਲ ਹੋਇਆ ਉਹਨਾਂ ਦੇ ਹੱਕ 'ਚ ਖੜਾ ਹੁੰਦਾ, ਦੂਸਰਾ ਵਕੀਲ ਜਿਹੜਾ ਆ ਉਹ ਕਾਤਲ ਦੀ ਵੀ ਮਤਲਬ ਬਚਾਉਣ ਲਈ ਕੋਸ਼ਿਸ਼ ਕਰਦਾ, ਕਿਉਂਕਿ ਉਹ ਪ੍ਰੋਵੀਜ਼ਨ ਹੈ ਲਾਅ ਦੇ ਵਿੱਚ। तो इसी तरह कानून ਕਰਨ ਲਈ ਕੁਝ ਹੱਥ ਕੰਡਾ ਵਰਤ ਰਹੀ ਹੈ ਕੇਂਦਰ ਸਰਕਾਰ, ਜਦਕਿ ਸਿੰਪਲ ਹੈ ਜਿਨ੍ਹਾਂ ਕਾਨੂੰਨਾਂ 'ਚ ਬਚਿਆ ਹੀ ਕੁਝ ਨਹੀਂ ਤੇ ਉਹਨਾਂ ਨੂੰ ਰੱਦ ਕਰਕੇ ਨਵੇਂ ਸਿਰੇ ਜਿੱਦਾਂ ਵਕੀਲ ਸਾਹਿਬ ਨੇ ਹੁਣ ਤੁਹਾਡੇ ਚੈਨਲ ਤੋਂ ਕਿਹਾ ਕਿ ਨਵੇਂ ਸਿਰੇ ਤੋਂ ਇਸ ਟੌਪਿਕ ਤੇ ਡਿਸਕਸ਼ਨ ਕਰਕੇ ਪ੍ਰੋਪਰ ਇਹਦੀ ਸਮੀਖਿਆ ਕਰਕੇ ਪ੍ਰੋਪਰ ਲੋਕਾਂ ਨੂੰ ਇਨਵੋਲਵ ਕਰਕੇ ਨਵੇਂ ਸਿਰੇ ਤੋਂ ਕਾਨੂੰਨ ਬਣਾਏ ਜਾ ਸਕਦੇ ਆ। ਓਕੇ ਜਿਹੜਾ ਜੀ ਥੈਂਕ ਯੂ, ਤੁਹਾਡਾ ਵੀਊ ਬਣਾ ਗਿਆ ਸਰ। ਉਹ ਸਟੇਟ ਕਿਹਦੇ ਭੇਜਦਾ ਦੇ ਕਾਨੂੰਨ। ਓਕੇ ਕਮਲਜੀਤ ਜੀ, ਲੀਗਲ ਪ੍ਰਕਿਰਿਆ ਨਾਲ ਜੁੜਿਆ ਹੋਇਆ ਸਵਾਲ ਹੈ ਜਿਹੜਾ ਸਿੰਗੜਾ ਜੀ ਨੇ ਕਿਹਾ ਕਿ ਜਿਹੜਾ ਸਟੇ ਕੀਤਾ ਗਿਆ, ਸਟੇ ਕਰਨ ਦੀ ਕੋਈ ਕਿੰਨੀ ਅਹਿਮੀਅਤ ਹੈ। ਕਹਿੰਦੇ ਕਿ ਹੋਰ 10 ਦਿਨ ਨੂੰ, ਮਹੀਨੇ ਨੂੰ ਉਹ ਕਹਿ ਸਕਦੇ ਹੈ ਕਿ ਨਹੀਂ ਜੀ ਜਿਹੜੀ ਕਮੇਟੀ ਦੀ ਰਿਪੋਰਟ ਆ ਗਈ ਹੈ ਤੇ ਸਟੇ ਖਤਮ, ਥੋੜ੍ਹੀਆਂ ਬਹੁਤੀਆਂ ਚੇਂਜਸ ਕਰਕੇ ਜਿਹੜੀਆਂ ਪਹਿਲਾਂ ਸਰਕਾਰ ਕਹਿ ਰਹੀ ਹੈ ਕੇਂਦਰ ਦੀ ਉਹ ਫੇਰ ਲਾਗੂ ਹੋ ਸਕਦੇ ਹੈ। ਇਹ ਜਿਹੜਾ ਇਸ ਤਰੀਕੇ ਨਾਲ ਸਟੇ ਕਰਨਾ ਹੈਗਾ ਉਹਦੀ ਕਿੰਨੀ ਅਹਿਮੀਅਤ ਸਮਝਦੇ ਹੋ, ਜਿਹੜਾ ਅਗਲੇ ਉਹਨਾਂ ਸ਼ਬਦ ਵਰਤੇ ਅਗਲੇ ਹੁਕਮਾਂ ਤੱਕ। ਦੇਖੋ ਇੱਕ ਮਿੰਟ, ਇਸ ਕੁਐਸਚਨ ਨੇ ਮੈਨੂੰ ਬੜਾ, ਭੰਡਾਰੀ ਸਾਹਿਬ ਕੁਝ ਕਹਿਣਾ ਚਾਹੁੰਦੇ ਨੇ ਕਿ ਮੈਂ ਮਾਫੀ ਚਾਹੂੰਗਾ ਬਾਅਦ ਚੋਂ ਨਾ ਕਮਲਜੀਤ ਜੀ ਦੇ ਕਮੈਂਟ ਲੈ ਲਈਏ ਪਹਿਲਾਂ। ਨਾ ਉਹ ਠੀਕ ਹੈ, ਪਰ ਮੇਰੇ ਤਾਂ ਉੱਤੇ ਟੈਲੀਫੋਨ ਆਈ ਜਾ ਰਹੇ ਬਾਰ-ਬਾਰ, ਮੈਂ ਨਾ 7 ਵਜੇ ਸਰ ਮੈਂ ਤੁਹਾਡਾ ਲਾਸਟ ਕਮੈਂਟ ਜਿਹੜਾ ਉਹਨਾਂ ਦਾ ਲਾਈਵ ਹੈ ਉਹਨਾਂ ਦਾ ਲਾਸਟ ਕਮੈਂਟ ਤੁਹਾਡੇ ਲੈਣਾ ਹੈ। ਕਮਲਜੀਤ ਜੀ ਦੇ ਕਮੈਂਟਸ ਲੈ ਲਈਏ 2 ਮਿੰਟ ਚ, ਫਿਰ ਉਦੋਂ ਬਾਅਦ ਤੁਹਾਡੇ ਵੱਲ ਹੀ ਆ ਜਾਣਾ ਤੁਹਾਡੇ ਵੱਲ। ਜਿਹੜੀ ਐਪਰੀਹੈਂਸ਼ਨ ਸੰਘੇੜਾ ਸਾਹਿਬ ਨੂੰ ਹੈ ਉਹੀ ਐਪਰੀਹੈਂਸ਼ਨ ਫਾਰਮ ਯੂਨੀਅਨਸ ਨੂੰ, ਫਾਰਮਰ ਯੂਨੀਅਨ ਨੂੰ ਹੈ, ਉਹੀ ਐਪਰੀਹੈਂਸ਼ਨ ਦੇਸ਼ ਦੇ ਸਿਟੀਜ਼ਨ ਨੂੰ ਵੀ ਹੈ। ਇਹ ਗੱਲ ਬਿਲਕੁਲ ਠੀਕ ਹੈ ਕਿ ਇਹ ਸੁਪਰੀਮ ਕੋਰਟ ਇਸ ਕਮੇਟੀ ਦੀ ਰਿਪੋਰਟ ਜਾਏਗੀ, ਉਸ ਤੋਂ ਬਾਅਦ ਸੁਪਰੀਮ ਕੋਰਟ ਦਾ ਸਾਨੂੰ ਪਤਾ ਨਹੀਂ ਕੀ ਫੈਸਲਾ ਹੋਏਗਾ। ਮੈਂ ਬਾਰ-ਬਾਰ ਸ਼ੁਰੂਆਤ ਇੱਥੋਂ ਕੀਤੀ ਹੈ, ਅੱਜ ਸੁਪਰੀਮ ਕੋਰਟ ਦਾ ਸਟੇ ਕਰਨ ਦਾ ਕੋਈ ਜ਼ਿਆਦਾ ਅਹਿਮੀਅਤ ਨਹੀਂ, ਜਦੋਂ ਕਿ ਦੋਨਾਂ ਪਾਰਟੀ ਦੇ ਸਟੈਂਡ ਬੜੇ ਰਿਜਿਡ ਹੋ ਗਏ ਨੇ। ਉਹ ਰਿਜਿਡ ਸਟੈਂਡ ਐਵੇਂ ਨਹੀਂ ਹੋ ਗਏ, ਇਹਨਾਂ ਰਿਜਿਡ ਸਟੈਂਡ ਨੂੰ ਇਸ ਮੁੱਦੇ ਤੱਕ ਈਵਨ ਕਿ ਕਿਸਾਨਾਂ ਨੂੰ ਜਾਂ ਸਿਟੀਜ਼ਨ ਨੂੰ ਆਉਣ ਤੇ 70 ਤੋਂ ਵੱਧ ਸ਼ਹਾਦਤਾਂ ਦੇਣੀਆਂ ਪਈਆਂ ਇਹਨਾਂ ਨੂੰ ਠਾਮ ਲੈ ਲਈ ਤਾਂ ਕਿ ਸੁੱਤੇ ਹੋਏ ਉੱਠ ਜਾਓ। ਸੁਪਰੀਮ ਕੋਰਟ ਸੈਂਟਰ ਨੂੰ ਕਹਿ ਰਹੀ ਹੈ ਕਿ ਤੁਸੀਂ ਸੁੱਤੇ ਹੋਏ ਸੀ, ਕੋਈ ਫੋਨ ਤੱਕ ਕੋਈ ਲਿਆ। ਮੈਂ ਆਪਣੀ ਜੁਡੀਸ਼ਰੀ ਨੂੰ ਕਹਿ ਰਿਹਾ ਕਿ ਸਾਡੀ ਜੁਡੀਸ਼ਰੀ ਸੁੱਤੀ ਹੋਈ ਸੀ, ਜੇ ਜੁਡੀਸ਼ਰੀ ਇਹ ਕਹੇ ਕਿ ਜੀ ਸਾਡੇ ਕੋਲ ਕੋਈ ਪਾਰਟੀ ਨਹੀਂ ਆਈ ਤੇ ਮੈਂ ਇਸ ਗੱਲੋਂ ਵੀ ਅਫਸੋਸ ਜ਼ਾਹਿਰ ਕਰਦਾ ਕਿਉਂਕਿ ਜੁਡੀਸ਼ਰੀ ਕੋਲ ਕੌਂਸਟੀਟਿਊਸ਼ਨਲ ਕੋਰਟ ਕੋਲ ਬੜੀਆਂ ਸੁਪਰ ਪਾਵਰਸ ਨੇ। ਜਦੋਂ ਕੌਂਸਟੀਟਿਊਸ਼ਨਲ ਕੋਰਟ ਨੇ ਐਕਟ ਕਰਨਾ ਹੁੰਦਾ ਐਜ਼ ਅ ਥਰਡ ਪਿਲਰ ਆਫ ਦੀ ਡੈਮੋਕ੍ਰੇਸੀ, ਤੇ ਉਹਨਾਂ ਨੂੰ ਕੋਈ ਲੋੜ ਨਹੀਂ ਕਿ ਉਹਨਾਂ ਦੇ ਕੋਲ ਕੋਈ ਜਾ ਕੇ ਪਹਿਲਾਂ ਪਟੀਸ਼ਨ ਫਾਈਲ ਕਰੇ ਇੱਕ ਦਿਨ ਜਾਂ ਦੂਸਰਾ। ਥੈਂਕ ਯੂ ਕਮਲਜੀਤ ਜੀ। ਪ੍ਰੋਫੈਸਰ ਭੰਡਾਰੀ ਕੋਲੇ ਸਮੇਂ ਦੀ ਲਿਹਾਜ਼ ਦੇ ਨਾਲ ਮੈਂ ਕਮੈਂਟ ਜ਼ਰੂਰ ਲੈਣਾ ਚਾਹਾਂਗਾ। ਪ੍ਰੋਫੈਸਰ ਭੰਡਾਰੀ ਪਲੀਜ਼। ਦੇਖੋ ਏਦਾਂ ਹੈ ਕਿ ਵਿਊਜ਼ ਨੇ, ਮੈਂ ਉਹਨਾਂ ਨੂੰ ਇਹਨਾਂ ਦੇ ਵਿਊਜ਼ ਦੀ ਆਦਰ ਕਰਦਾ ਹਾਂ ਕਿਉਂਕਿ ਇੰਡੀਪੈਂਡੈਂਟ ਵਿਊਜ਼ ਹੈ ਡੈਮੋਕ੍ਰੇਸੀ 'ਚ। ਪਰ ਮੈਨੂੰ ਅਫਸੋਸ ਹੁੰਦਾ ਹੈ ਕਿ ਸੁਪਰੀਮ ਕੋਰਟ ਨੇ ਇੱਕ ਸਟੈਪ ਲਿੱਤਾ
ਉਹਦਾ ਮਾੜਾ ਹੀ ਪੱਖ ਦੇਖਿਆ ਜਾ ਰਿਹਾ ਵੀ ਇਹ ਕਿਉਂ ਨਹੀਂ ਦੇਖਿਆ ਜਾ ਸਕਦਾ ਕਮੇਟੀ ਹੋ ਸਕਦਾ ਰਿਪੋਰਟ ਹੀ ਕੋਈ ਹੋਰ ਦੇਵੇ। ਆਪਾਂ ਪਹਿਲਾਂ ਹੀ ਸੋਚ ਕੇ ਬਹਿ ਗਏ ਕਮੇਟੀ ਨੇ ਇਦਾਂ ਹੀ ਦੇਣਾ। ਅਰੇ ਯਾਰ ਮੈਂ ਹੁਣ ਇਹਦੇ ਬਾਰੇ ਕੀ ਕਮੈਂਟ ਦੇਵਾਂ। ਐਂਡ ਦਿਸ ਇਜ਼ ਵੈਰੀ ਅਨਫੋਰਚੂਨੇਟ। ਔਰ ਇਦਾਂ ਕਦੇ ਨਹੀਂ ਸੋਚਣਾ ਚਾਹੀਦਾ। ਇਹ ਮੁਲਕ ਹੈ, ਇਹਦਾ ਇੱਕ ਡੈਮੋਕ੍ਰੇਟਿਕ ਸਟਰਕਚਰ ਹੈ, ਕੰਸਟੀਟਿਊਸ਼ਨ ਸਟਰਕਚਰ ਹੈ। ਦੇਖੋ ਸੈਂਟਰ ਗਵਰਨਮੈਂਟ ਪੋਲੀਟੀਕਲ ਗਵਰਨਮੈਂਟ ਹੈ, ਅਸੀਂ ਪੋਲੀਟੀਕਲ ਲੋਕ ਹੈ। ਅਰੇ ਸੁਪਰੀਮ ਕੋਰਟ ਤੇ ਵੀ ਤੁਹਾਨੂੰ ਨਹੀਂ ਵਿਸ਼ਵਾਸ ਤੇ ਫਿਰ ਇਹਦਾ ਮਤਲਬ ਹੈ ਆਪਣੇ 'ਚ ਕਮੀ ਹੈ ਕਿ ਸੁਪਰੀਮ ਕੋਰਟ 'ਚ ਕਮੀ ਹੈ? ਕਿਤੇ ਨਾ ਕਿਤੇ ਆਪਣੇ 'ਚ ਵੀ ਕਮੀ ਹੈ। ਉਹ ਥੋੜ੍ਹੀ ਜਿਹੀ ਸੁਧਾਰ ਕਰਨਾ ਚਾਹੀਦਾ। ਅਦਰਵਾਈਜ਼ ਇਹ ਦੇਸ਼ ਜਿਹੜਾ ਹੈ ਅਨਾਰਕੀ ਵੱਲ ਜਾਣ ਵਾਲਾ ਕੰਮ ਤੁਸੀਂ ਕਰਦੇ ਹੋ, ਇਹ ਕੋਈ ਚੰਗੀ ਗੱਲ ਨਹੀਂ। ਆਈ ਡੋਂਟ ਅਪਰੀਸ਼ੀਏਟ। ਥੈਂਕ ਯੂ ਭੰਡਾਰੀ ਸਾਹਿਬ, ਸੁਪਰੀਮ ਕੋਰਟ ਤੇ ਅਵਿਸ਼ਵਾਸੀ ਦੀ ਗੱਲ ਹੀ ਹੈ। ਜਦੋਂ 4 ਮੈਂਬਰਾਂ ਵਿੱਚੋਂ 3 ਮੈਂਬਰ ਇਹਨਾਂ ਦੇ ਕਾਨੂੰਨਾਂ ਦੇ ਵਿਰੁੱਧ ਨੇ ਤਾਂ ਇਹ ਸੁਪਰੀਮ ਕੋਰਟ 'ਚ, ਅਰੇ ਸੁਪਰੀਮ ਕੋਰਟ 'ਚ ਕਹੋ ਨਾ ਫਾਈਲ ਕਰੋ, ਕਹੋ ਉੱਥੇ। ਹਾਂ ਨੈਚੁਰਲੀ ਨਹੀਂ, ਇਹ ਠੀਕ ਹੈ, ਉਹਦੀ ਰੈਮਡੀ ਇਹੀ ਹੈ। ਬਟ ਮੈਂ ਆਪਣੇ ਵਿਚਾਰ ਦੇ ਰਿਹਾ ਭੰਡਾਰੀ ਸਾਹਿਬ, ਮੈਂ ਆਪਣੇ ਵਿਚਾਰ ਦੇ ਰਿਹਾ। ਇਹ ਠੀਕ ਹੈ, ਅਰੇ ਇਹ ਫੋਰਮ ਉੱਥੇ ਹੀ ਜਾਂਦਾ ਆ, ਪਰ ਮੋਨੋ ਸਿਰਫ ਕਲਾ ਹੁੰਦੀ ਹੈ। ਉਹਦੇ ਬਾਰੇ ਬਾਇਸ ਨਾ ਹੋਵੋ, ਉਹਨੂੰ ਪ੍ਰੈਜੁਡਾਈਸ ਨਾ ਹੋਵੋ। ਇਹ ਨਹੀਂ ਬੰਦਿਆਂ ਜਿਹੜੇ ਤੁਹਾਡੇ ਵੀ ਕਮੈਂਟਸ ਆ ਗਏ ਸਰ, ਤੁਹਾਡੇ ਵੀ ਬਿਲਕੁਲ ਲਾਸਟ ਕਮੈਂਟ ਮੈਂ ਬਹਿਸ ਨੂੰ ਸਮੇਟਣ ਤੋਂ ਪਹਿਲਾਂ ਵੈਰੀ ਅਨਫੋਰਚੂਨੇਟ ਸਰ ਮੈਂ ਬਹਿਸ ਨੂੰ ਸਮੇਟਣ ਲੱਗਿਆ। ਉਸ ਤੋਂ ਪਹਿਲਾਂ ਮੈਂ ਕਮਲਜੀਤ ਜੀ ਦੇ ਲਾਸਟ ਕਮੈਂਟ ਜਿਹੜਾ ਪ੍ਰੋਫੈਸਰ ਭੰਡਾਰੀ ਕਹਿ ਰਿਹਾ ਹੈ ਕਿ ਕਮੇਟੀ ਦੇ ਉੱਤੇ ਵੀ ਜੇ ਇਤਰਾਜ਼ ਹੈਗਾ ਤਾਂ ਸੁਪਰੀਮ ਕੋਰਟ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ, ਪਾਰਟੀ ਨਾ ਬਣਾਓ। ਠੀਕ ਹੈ ਗੱਲ ਭੰਡਾਰੀ ਸਾਹਿਬ ਜੀ। ਕਮਲਜੀਤ ਜੀ, ਸੁਪਰੀਮ ਕੋਰਟ ਇਹ ਚੁਣੌਤੀ ਉਹ ਦੇਗਾ ਜਿਹਨੇ ਕਮੇਟੀ ਦਾ ਇਸ ਵੇਲੇ ਪ੍ਰੋਸੈਸ ਫੋਲੋ ਕਰਨਾ ਹੈ ਜਾਂ ਨਹੀਂ ਕਰਨਾ। ਅੱਜ ਕਮੇਟੀ ਬਣਾਉਣ ਦਾ ਇਟ ਇਜ਼ ਟੂ ਲਿਟਲ ਟੂ ਲੇਟ। ਕਿਸੇ ਨੇ ਸੁਪਰੀਮ ਕੋਰਟ ਦੀ ਕੋਈ ਗੱਲ ਦੇ ਉੱਤੇ ਕੋਈ ਮਾਨਹਾਨੀ ਦਾ ਸ਼ਬਦ ਨਹੀਂ ਵਰਤਿਆ ਭੰਡਾਰੀ ਸਾਹਿਬ, ਨਾ ਹੀ ਕੋਈ ਸੁਪਰੀਮ ਕੋਰਟ ਤੇ ਕੋਈ ਕਿੰਤੂ ਪਰੰਤੂ ਕਰ ਰਿਹਾ ਹੈ। ਮੈਂ ਕਿਹੜਾ ਯਾਰ, ਮੈਂ ਤਾਂ ਅਰੇ ਕਮਲ ਜੀ ਮੈਂ ਕੋਈ ਅਨਫੋਰਚੂਨੇਟ ਡੈਮੋਕ੍ਰੇਸੀ ਦਾ ਕਿਹਾ ਹੋਰ ਨਹੀਂ ਕਿਹਾ। ਭੰਡਾਰੀ ਸਾਹਿਬ ਇਹ ਡਿਸਕਸ਼ਨ ਕਰਨਾ ਤੇ ਅਨਫੋਰਚੂਨੇਟ ਕਿਹਾ, ਸਿਰਫ ਅਨਫੋਰਚੂਨੇਟ ਬੜਾ ਹੈਲਥੀ ਸਾਈਨ ਹੈ। ਔਰ ਉਹ ਭਾਵੇਂ ਸੁਪਰੀਮ ਕੋਰਟ ਹੋਵੇ, ਸੁਪਰੀਮ ਕੋਰਟ ਤੁਹਾਨੂੰ ਡਿਬਾਰ ਨਹੀਂ ਕਰਦੀ ਡਿਸਕਸ਼ਨ ਦੇ ਲਈ। ਰਾਦਰ ਇਹ ਡਿਸਕਸ਼ਨ ਦੇ ਨਾਲ ਹੀ ਜਦੋਂ ਕੋਈ ਵੀ ਕਾਨੂੰਨ ਆਉਂਦਾ ਹੈ, ਇਹ ਹਰ ਤਰ੍ਹਾਂ ਦੀ ਡਿਸਕਸ਼ਨਸ ਹੁੰਦੀਆਂ ਨੇ। ਕਈ ਵਾਰੀ ਥੀਸਿਸ, ਐਂਟੀਥੀਸਿਸ ਔਰ ਉਸ ਤੋਂ ਬਾਅਦ ਹੀ ਅਸੀਂ ਸਿੰਥੇਸਿਸ ਤੇ ਆਉਂਦੇ ਹਾਂ। ਠੀਕ ਗੱਲ ਹੈ। ਸੁਪਰੀਮ ਕੋਰਟ ਪੁਸ਼ ਨਹੀਂ ਕਰ ਸਕਦੀ ਕਿ ਤੁਸੀਂ ਕਮੇਟੀ ਦੇ ਕੋਲ ਜ਼ਰੂਰ ਜਾਓ, ਤੁਸੀਂ ਆਪਣੇ ਵਿਊ ਕਮੇਟੀ ਨੂੰ ਆਪਣੀ ਡਿਮਾਂਡ ਆਪਣੇ ਸਿੱਧੂ ਸਾਹਿਬ ਜਿਹੜੀ ਮੁੱਖ ਧਿਰ ਸਟਰਗਲਿੰਗ ਧਿਰ ਆ ਉਹ ਕਿਸਾਨ ਨੇ। ਕਿਸਾਨ ਉਹਨਾਂ ਬਾਰੇ ਕਿਉਂ ਗੱਲ ਕਰਨ ਜਾਂ ਕਿਉਂ ਅਦਾਲਤ ਵਿੱਚ ਜਾਣ ਕਿ ਜਾਂ ਕਿਸਾਨ ਮੁੱਢਲੀ ਪਟੀਸ਼ਨ ਵਿੱਚ ਵੀ ਮੁੱਢਲੇ ਕੇਸ 'ਚ ਪਾਰਟੀ ਨਹੀਂ ਹੈਗੇ। ਸਰ ਥੈਂਕ ਯੂ ਵੈਰੀ ਮਚ, ਮਿਹਰਬਾਨੀ। ਕਮਲਜੀਤ ਜੀ, ਸਿੰਗੜਾ ਸਾਹਿਬ, ਪ੍ਰੋਫੈਸਰ ਭੰਡਾਰੀ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦ। ਅਹਿਮ ਮੁੱਦਾ ਸੁਪਰੀਮ ਕੋਰਟ ਨੇ ਕਿਸਾਨੀ ਮਾਮਲੇ ਨਾਲ ਜੁੜਿਆ ਜਿਹੜਾ ਫੈਸਲਾ ਦਿੱਤਾ ਹੈ, ਉਹਦੇ ਤੇ ਕਈ ਤਰ੍ਹਾਂ ਦੇ ਵਿਵਾਦ ਜਿਹੜੇ ਕਿ ਖੜੇ ਹੋਏ ਹੈ। ਦੂਜੇ ਪਾਸੇ ਕਿਸਾਨੀ ਧਿਰਾਂ ਨੇ ਉਹਨਾਂ ਫੈਸਲਾ ਨੂੰ ਪ੍ਰਵਾਨ ਨਹੀਂ ਕੀਤਾ। ਇਹ ਵੀ ਕਿਧਰੇ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਧੇ ਤੌਰ ਤੇ ਇਸ ਮਾਮਲੇ 'ਚ ਦਖਲ ਦੇ ਕੇ ਸਥਿਤੀ ਜਿਹੜੀ ਹੈਗੀ ਆ ਉਹਨੂੰ ਸੰਭਾਲਣ ਦੀ ਜ਼ਰੂਰਤ ਹੈ। ਆਉਣ ਵਾਲੇ ਦਿਨਾਂ 'ਚ ਸਥਿਤੀ ਕਿੱਦਾਂ ਦੀ ਵਾਪਰਦੀ ਹੈ, ਇਹਨਾਂ ਮੁੱਦਿਆਂ ਤੇ ਫਿਰ ਆਪਾਂ ਦੁਬਾਰਾ ਕਰਾਂਗੇ ਚਰਚਾ। ਇਹਨਾਂ ਮਾਮਲਿਆਂ ਤੇ ਆਉਣ ਲਈ ਮੈਂ ਤਿੰਨੇ ਮਹਿਮਾਨਾਂ ਦਾ ਤੁਹਾਡੇ ਵੱਲੋਂ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।